ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ। ਆਬਾ ਮੋਰੋ ਨਾਚਨੋ ਰਹੋ, ਲਾਲ ਰੰਗੀਲਾ ਸਹਿਜੇ ਪਾਇਓ। ਸਤਿਗੁਰ ਬਚਨ ਲਹੋ, ਆਬਾ ਮੋਰੋ ਨਾਚਨੋ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗਿਆ ਟਲ, ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਰਗ ਮਹੱਲਾ ਪੰਜਵਾ। ਪੰਚਮ ਪਿਤਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੰਗ ਰਾਗ ਵਿੱਚ ਸ਼ੋਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਆਪ ਮੋਰ ਨਾਚਨੋ ਰਹੋ। ਹੁਣ ਮੇਰੇ ਸ਼ਾਸਤਰਾਂ ਸਿਮਰਤੀਆਂ ਵਿੱਚ ਜਾਂ 84 ਲੱਖ ਜੂਨੀਆਂ ਵਿੱਚ ਨਿਰਤਕਾਰੀ ਕਰਨਾ ਰਹਿ ਗਿਆ ਹੈ, ਕਿਉਂਕਿ ਲਾਲ ਰੰਗੀਲਾ ਸਹਿਜੇ ਪਾਇਓ। ਰਾਰੇ ਤੇ ਟਿੱਪੀ ਨਹੀਂ ਹੈ, ਇਸ ਕਰਕੇ ਪਾਠ ਬਣੇਗਾ ਰਗੀਲਾ। ਮੈਂ ਲਾਲ ਪਿਆਰਾ ਰਗੀਲਾ ਆਨੰਦ ਦਾ ਘਰ ਪਰਮੇਸ਼ਰ ਸਹਿਜ ਪਾਇਓ ਗਿਆਨ ਦੀ ਪ੍ਰਾਪਤੀ ਕਰਕੇ ਪਾ ਲਿਆ ਹੈ। ਸਤਿਗੁਰ ਬਚਨ ਲਹੋ। ਪਰ ਪੂਰਨ ਸਤਿਗੁਰਾਂ ਦੇ ਉਪਦੇਸ਼ ਦੁਆਰਾ ਹੀ ਪਰਮੇਸ਼ਰ ਨੂੰ ਲਖਿਆ ਜਾਣਿਆ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਕੁਆਰ ਕੰਨਿਆ ਜਸ ਸੰਗ ਸਹੇਰੀ। ਜਿਵੇਂ ਅਣਵਿਆਹੀਆਂ ਲੜਕੀਆਂ ਵਿੱਚੋਂ ਇੱਕ ਲੜਕੀ ਦਾ ਵਿਆਹ ਹੋ ਜਾਂਦਾ ਹੈ, ਜਦੋਂ ਸਹੁਰੇ ਘਰ ਜਾ ਕੇ ਮੁੜ ਕੇ ਵਾਪਸ ਪੇਕੇ ਘਰ ਆਉਂਦੀ ਹੈ ਤਾਂ ਉਸ ਦੇ ਨਾਲ ਦੀਆਂ ਜਿਹੜੀਆਂ ਸਹੇਲੀਆਂ ਹੁੰਦੀਆਂ ਨੇ ਜੋ ਉਹਦੇ ਨਾਲ ਖੇਡਦੀਆਂ ਰਹੀਆਂ ਨੇ, ਉਹਦੇ ਕੋਲ ਆ ਕੇ ਪਿਆਰ ਭਰੇ ਬਚਨਾਂ ਦੇ ਨਾਲ ਪੁੱਛਦੀਆਂ ਨੇ ਕਿ ਤੇਰੀ ਸੱਸ ਕਿਸ ਤਰ੍ਹਾਂ ਦੀ ਆ, ਤੇਰਾ ਸਹੁਰਾ ਕਿਸ ਤਰ੍ਹਾਂ ਦਾ ਹੈ, ਤੇਰਾ ਜੇਠ ਕਿਸ ਤਰ੍ਹਾਂ ਦਾ ਹੈ, ਤੇਰਾ ਦਿਓਰ ਕਿਸ ਤਰ੍ਹਾਂ ਦਾ ਹੈ, ਤੇਰੀ ਨਣਦ ਤੇਰੀ ਨਨਾਣ ਦਾ ਸੁਭਾਅ ਕਿਵੇਂ ਹੈ, ਉਹ ਲੜਦੀ ਤਾਂ ਨਹੀਂ। ਇਸ ਤਰ੍ਹਾਂ ਪੁੱਛਣ ਨਾਲ ਉਹ ਸਭਨਾਂ ਦੇ ਸੁਭਾਅ ਦੱਸਦੀ ਹੈ। ਜਦੋਂ ਸਖੀਆਂ ਇਹ ਪੁੱਛਦੀਆਂ ਨੇ
ਕਿ ਜੋ ਤੂੰ ਆਪਣੇ ਪਤੀ ਦੇ ਨਾਲ प्रिय बचन उपहास कहो ਜੋ ਤੂੰ ਆਪਣੇ ਪਤੀ ਦੇ ਨਾਲ ਉਪ ਨੇੜੇ ਹੋ ਕੇ ਹੱਸ ਕੇ ਮੁਸਕਰਾ ਕੇ ਪ੍ਰਸੰਨਤਾ ਦੇ ਸਹਿਤ ਬਚਨ ਕੀਤੇ ਨੇ, ਉਹ ਸਾਨੂੰ ਬਚਨ ਤਾਂ ਦੱਸ ਕੋਈ, ਤਾਂ ਜਾਂ ਉਸਨੇ ਆਪਣੇ ਪਤੀ ਦੇ ਨਾਲ ਨੇੜੇ ਹੋ ਕੇ ਕੀਤੇ ਪ੍ਰਸੰਨਤਾ ਦੇ ਸਹਿਤ ਬਚਨ ਵੀ ਕਹਿ ਦਿੱਤੇ, ਜਾਂ ਸੋ ਜਿਸ ਵਕਤ ਉਹਨਾਂ ਨੇ ਪੁੱਛਿਆ ਤਾਂ ਉਹ ਚੁੱਪ ਰਹੀ ਹੈ। ਫਿਰ ਸਹੇਲੀਆਂ ਪੁੱਛਣ ਲੱਗੀਆਂ ਕਿ जाओ सुर जन गृह पीतर आओ ਆਇਓ, ਹੇ ਸਖੀ, ਜਦੋਂ ਤੇਰਾ ਸੁਰ ਜਨ ਸਾਰੇ ਜਨ ਪੁਰਖਾਂ ਦੇ ਵਿੱਚੋਂ ਸੁਰ ਸ੍ਰੇਸ਼ਟ ਆਪ ਦਾ ਪਤੀ ਹੁੰਦਾ ਹੈ, ਸੋ ਜਦੋਂ ਤੇਰਾ ਪਤੀ ਗ੍ਰਹਿ ਘਰ ਦੇ ਭੀਤਰ ਵਿੱਚ ਆਇਆ ਸੀ, ਉਸ ਵੇਲੇ ਪਤੀ ਦੀ ਪ੍ਰਾਪਤੀ ਦਾ ਆਨੰਦ ਵੀ ਸਾਨੂੰ ਦੱਸ। ਤਦੋਂ ਉਹ ਵਿਆਹੁਤਾ ਲੜਕੀ तब मुख काज लजो ਮੂੰਹ ਨੂੰ ਕੱਜ ਕੇ ਲੱਜਿਆਂ ਨੂੰ ਪ੍ਰਾਪਤ ਹੋ ਗਈ, ਆਪਦਾ ਮੂੰਹ ਘੁਮਾ ਕੇ ਪਰਾਂ ਨੂੰ ਨਿਕਲ ਗਈ, ਮਤਲਬ ਬੋਲੀ ਹੋਈ ਨਹੀਂ, ਮੁਸਕਰਾਉਂਦੀ ਹੋਈ ਪਰਾਂ ਨੂੰ ਹੋ ਗਈ। ਭਾਵ ਪਤੀ ਦੇ ਮਿਲਾਪ ਦਾ ਆਨੰਦ ਆਪਦੀ ਜ਼ਬਾਨ ਤੋਂ ਬੋਲ ਕੇ ਦੱਸ ਨਹੀਂ ਸਕੀ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਸਤਿਗੁਰੂ ਜੀ ਨੇ ਗੱਲ ਤਾਂ ਕਰਨੀ ਹੈ ਰੱਬ ਦੇ ਘਰ ਦੀ, ਪਰ ਸਾਨੂੰ ਕਿਵੇਂ ਨਾ ਕਿਵੇਂ ਸਮਝ ਆ ਸਕੇ, ਇਸ ਲਈ ਸਾਡੇ ਘਰ ਤੋਂ ਸ਼ੁਰੂ ਕਰਦੇ ਨੇ। ਇਸੇ ਪ੍ਰਕਾਰ कुआर कन्या जस संग सहेरी ਕੁਆਰੀ ਕੰਨਿਆਂ ਦੀ ਤਰ੍ਹਾਂ ਜਗਿਆਸੂ ਰੂਪ ਲੜਕੀਆਂ ਦੇ ਵਿੱਚੋਂ ਇੱਕ ਜਗਿਆਸੂ ਰੂਪ ਲੜਕੀ ਨੂੰ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ, ਤਾਂ ਬਾਕੀ ਦੀਆਂ ਜਗਿਆਸੂ ਰੂਪ ਲੜਕੀਆਂ ਉਸ ਦੇ ਪਾਸ ਆ ਕੇ ਪੁੱਛਦੀਆਂ ਨੇ ਕਿ ਤੇਰੀ ਮਾਇਆ ਰੂਪ ਸੱਸ ਕੈਸੀ ਹੈ, ਅਗਿਆਨ रूप सौरा कैसा है, हंकार रूप जेठ कैसा है, तृष्णा रूप जेठानी कैसी है, आशा रूप दरानी कैसी है, लोभ रूप दियोर कैसा है, कुबदी रूप ननान कैसी है। इस तरह पुछण नाल ਉਹ ਸਭ ਦੇ ਸੁਭਾਅ ਦੱਸਦੀ ਹੈ ਅਤੇ ਪਿਆਰੇ ਪਤੀ ਦੇ ਨਾਲ प्रिय बचन उपहास कहो ਉਪ ਨੇੜੇ ਹੋ ਕੇ ਕੀਤੇ ਆਨੰਦ ਦੇ ਬਚਨ ਵੀ ਸਾਰੇ ਉਹਨੇ ਕਹਿ ਕੇ ਸੁਣਾ ਦੱਸ ਦਿੱਤੇ। ਫਿਰ ਜਗਿਆਸੂ ਰੂਪ ਇਸਤਰੀਆਂ ਪੁੱਛਣ ਲੱਗੀਆਂ जो सुर जन गृह पीतर आयो ਇਹ ਸਖੀ, ਜਦੋਂ ਸੁਰ ਸ੍ਰੇਸ਼ਟਤਾਈ ਨੂੰ ਜਨ ਪੈਦਾ ਕਰਨ ਵਾਲਾ ਪਤੀ ਪਰਮੇਸ਼ਰ ਤੇਰੇ ਹਿਰਦੇ ਰੂਪ ਘਰ ਦੇ ਵਿੱਚ ਆਇਆ, ਭਾਵ ਤੇਰੇ ਅੰਦਰ ਸਾਖਿਆਤਕਾਰ ਹੋ ਗਿਆ, ਉਹ ਜੀਵ ਈਸ਼ ਦੀ ਏਕਤਾ ਦਾ ਆਨੰਦ ਕੈਸਾ ਸੀਗਾ। तब मुख काज लजो ਤਦ ਪਤੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਮਹਾਤਮਾ ਜਗਿਆਸੂ ਰੂਪ ਲੜਕੀ ਆਪਣੇ ਮੁਖ ਨੂੰ ਕੱਜ ਕੇ ਲੱਜਿਆਂ ਨੂੰ ਪ੍ਰਾਪਤ ਹੋ ਗਈ, ਭਾਵ ਉਹ ਕਹਿਣ ਲੱਗੀ ਕਿ ਮੇਰੇ ਪਾਸੋਂ ਪਤੀ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਕਥਨ ਨਹੀਂ ਕੀਤਾ ਜਾ ਸਕਦਾ, ਜਾਂ ਵਾਹਿਗੁਰੂ ਦੀ ਪ੍ਰਾਪਤੀ ਦਾ ਆਨੰਦ ਕਥਨ ਨਹੀਂ ਕੀਤਾ ਜਾ ਸਕਦਾ। ਇਸੇ ਪ੍ਰਕਾਰ ਉਹ ਜਗਿਆਸੂ ਰੂਪ ਲੜਕੀ ਆਪਣੇ ਅੰਤःਕਰਨ ਰੂਪੀ ਮੁਖ ਨੂੰ ਪ੍ਰੇਮ ਰੂਪੀ ਵਸਤਰ ਦੇ ਨਾਲ ਕੱਜ ਕਰਕੇ ਲੱਜਿਆਂ ਨੂੰ ਪ੍ਰਾਪਤ ਹੋ ਗਈ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। जिन ज्यों कन को कोठारी चढ़ियो ਜਿਵੇਂ ਮਹਿਲ ਦੇ ਸਹਿਤ ਹੋਣ ਕਰਕੇ ਜੋ ਕਨ ਕੋ ਸੋਨਾ ਹੈ,
ਉਹ ਕੋਠਾਲੀ ਦੇ ਵਿੱਚ ਚੜਿਆ ਹੋਇਆ ਅਗਨੀ ਦੇ ਸੇਕ ਨਾਲ। ਕਬਰੋ ਹੋਤ ਫਿਰੋ ਪੀਲੇ ਰੰਗ ਦਾ ਹੋਇਆ ਜਾਂ ਪਤਲਾ ਹੋ ਕੇ ਤੁਰਿਆ ਫਿਰਦਾ, ਕਬਰੋਂ ਕਮਲਾ ਹੋਇਆ ਫਿਰਦਾ ਹੈ। ਪਰ ਜਬ ਤੇ ਸੁਧ ਭਏ ਹੈ ਬਾਰਹ ਜਦ ਤੋਂ 12 ਮਨੀ ਦਾ ਸ਼ੁੱਧ ਸੋਨਾ ਹੋ ਜਾਂਦਾ ਹੈ। ਤਬ ਤੇ ਥਾਨ ਥਿਰੋ ਤਦ ਤੋਂ ਇੱਕ ਅਸਥਾਨ ਇੱਕ ਟਿਕਾਣੇ ਤੇ ਥਿਰੋ ਟਿਕ ਜਾਂਦਾ ਹੈ। ਇਸੇ ਪ੍ਰਕਾਰ ਮਹਾਰਾਜ ਫਰਮਾਉਂਦੇ ਨੇ, ਜਿਉ ਕਨ ਕੋ ਕੋਠਾਰੀ ਚੜਿਓ। ਰਾਗ ਦਵੈਸ਼ਰੂ ਮੈਲ ਦੀ ਸਹਿਤ ਹੋਣ ਕਰਕੇ ਜਗਿਆ ਸਰੂਪ ਸੋਣਾ ਸਤ ਸੰਗਤ ਰੂਪ ਪ੍ਰੇਮ ਰੂਪ ਕਠਾਲੀ ਉਤੋਂ ਚੜਿਆ ਹੋਇਆ ਤਪ ਰੂਪ ਅਗਨੀ ਦੇ ਸੇਕ ਨਾਲ ਭਗਤੀ ਰੂਪ ਪੀਲੇ ਰੰਗ ਦੇ ਸਹਿਤ ਹੋਇਆ ਫਿਰਦਾ ਹੈ। ਕਬਰੋ ਹੋਤ ਫਿਰੋ ਜਾਂ ਦੁਨੀਆ ਵੱਲੋਂ ਕਮਲਾ ਭਾਵ ਮਸਤ ਹੋ ਕੇ ਤੁਰਿਆ ਫਿਰਦਾ ਹੈ। ਜਬ ਤੇ ਸੁਧ ਭਏ ਹੈ ਬਾਰਹ ਜਦ ਤੋਂ 12 ਮਨੀ ਦੇ ਸੋਹਣੇ ਮਤ ਉਜਲ ਜੀਵਨ ਵਾਲਾ ਹੋ ਜਾਂਦਾ ਹੈ। ਭਾਵ 5 ਗਿਆਨ ਇੰਦਰੀ 5 ਕਰਮ ਇੰਦਰੀ ਮਨ ਅਤੇ ਬੁੱਧ ਇਹ ਦਸੇ ਉਜਲ ਹੋ ਜਾਂਦੇ ਹਨ। ਤਬ ਤੇ ਥਾਨ ਥਿਰੋ ਤਦ ਤੋਂ ਸਤ ਚੇਤਨ ਆਨੰਦ ਦੇ ਸਰੂਪ ਰੂਪੀ ਥਾਂ ਦੇ ਵਿੱਚ ਟਿਕ ਜਾਂਦਾ। ਭਾਵ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਜੋ ਦਿਨ ਰਹਿਨ ਤਉ ਲੋ ਭਜਿਓ। ਜਦ ਤੱਕ ਰਾਤ ਦਿਨ ਪਹਿਰੇਦਾਰ ਘੜਿਆਲ ਕੋਲ ਬੈਠਾ ਰਹਿੰਦਾ ਹੈ ਤਦ ਤੱਕ ਘੜਿਆਲ ਵੱਜਦਾ ਰਹਿੰਦਾ ਹੈ। ਭਾਵ ਰਾਤ ਦਿਨ ਦੇ ਘੰਟੇ ਸਮੇਂ ਅਨੁਸਾਰ ਵੱਜਦੇ ਰਹਿੰਦੇ ਹਨ। ਮੂਰਤ ਘਰੀ ਪਾਲੋ ਅਤੇ ਮੂਰਤ 2 ਘੜੀਆਂ ਦਾ ਸਮਾਂ, ਇੱਕ ਘੜੀ ਦਾ ਤੇ ਪਲੋ ਪਲ ਦਾ ਪਹਿਰੇਦਾਰ ਘੜਿਆਲ ਵਜਾਉਂਦਾ ਰਹਿੰਦਾ ਹੈ। ਬਜਾਵਨ ਹਾਰੋ ਊਠ ਸਧਾਰਿਓ। ਜਦ ਵਜਾਉਣ ਵਾਲਾ ਪਹਿਰੇਦਾਰ ਘੜਿਆਲ ਦੇ ਕੋਲੋਂ ਉੱਠ ਕੇ ਚਲਿਆ ਜਾਵੇ ਤਬ ਫਿਰ ਬਾਜ ਨ ਪਾਇਓ। ਤਦ ਫਿਰ ਘੜਿਆਲ ਦਾ ਵੱਜਣਾ ਨਹੀਂ ਹੁੰਦਾ ਹੈ। ਇਸੇ ਪ੍ਰਕਾਰ ਜੋ ਦਿਨ ਰਹਿਨ ਤਉ ਲੋ ਭਜਿਓ। ਜਦ ਤੱਕ ਮਨ ਰੂਪੀ ਪਹਿਰੇਦਾਰ ਪਾਪ ਪੁੰਨ ਰੂਪ ਦਿਨ ਰਾਤ ਕਰਕੇ 3 ਗੁਣਾਂ ਦੀ ਸਹਿਤ ਹੈ ਤਦ ਤੱਕ ਮੂਰਤ ਘਰੀ ਪਾਲੋ। ਮੂਰਤ 2 ਘੜੀਆਂ ਤੇ 1 ਘੜੀ ਤੇ ਪਲ ਪਲ ਕਾਲ ਵਿੱਚੋਂ ਸਰੀਰ ਰੂਪੀ ਘੜਿਆਲ ਵੱਜਦਾ ਰਹਿੰਦਾ ਹੈ। ਭਾਵ ਕਈ ਪ੍ਰਕਾਰ ਦੀ ਹਰਕਤ ਕਰਦਾ ਰਹਿੰਦਾ ਹੈ। ਬਜਾਵਨ ਹਾਰੋ ਊਠ ਸਧਾਰਿਓ। ਜਦ ਵਜਾਉਣ ਵਾਲਾ ਜੀ ਮਹਾਤਮਾ ਨੂੰ ਪਹਿਰੇਦਾਰ ਉੱਠ ਕੇ ਕੂਚ ਕਰਕੇ ਪਰਲੋਕ ਵੱਲ ਨੂੰ ਚਲਿਆ ਗਿਆ ਤਬ ਫਿਰ ਬਾਜ ਨ ਪਾਇਓ। ਤਦ ਫਿਰ ਸਰੀਰ ਰੂਪ ਘੜਿਆਲ ਦਾ ਵੱਜਣਾ ਨਾ ਹੋਇਆ। ਭਾਵ ਸਰੀਰ ਦੀ ਸਾਰੀ ਹਰਕਤ ਖਤਮ ਹੋ ਜਾਂਦੀ ਹੈ। ਇਸੇ ਪ੍ਰਕਾਰ ਜੋ ਦਿਨ ਰਹਿਣ ਤਉ ਲੋ ਭਜਿਓ। ਜਦ ਤੱਕ ਇਹ ਮਨ 3 ਗੁਣਾ ਰੂਪ ਦਿਨ ਤੇ ਰਾਤ ਦੇ ਸਹਿਤ ਹੈ ਤਦ ਤੱਕ ਜੋੜਨ ਰੂਪ ਇਹ ਵੱਜਦਾ ਹੈ, ਖੜਕਦਾ ਰਹਿੰਦਾ ਹੈ। ਰਜੋ ਗੁਣੀ ਤੇ ਤਮੋ ਗੁਣੀ ਆਪਸ ਦੇ ਵਿੱਚ ਤਾਂ ਬਹੁਤੇ ਖੜਕਦੇ ਨੇ, ਤੂੰ ਕੌਣ ਤੇ ਮੈਂ ਕੌਣ, ਤੂੰ ਮੈਥੋਂ ਵੱਧ ਕਿਉਂ ਲੈ ਲਿਆ, ਇੱਕ ਦੂਜੇ ਦੇ ਕਸੁੰਨ ਜੋੜਦੇ ਨੇ, ਜੜਦੇ ਨੇ। ਸਤੋ ਗੁਣੀ ਜਿਹੜਾ ਹੈ ਉਹ ਪੈਸੇ ਦੇ ਕੇ ਲੜਾਈ ਕਰਾਉਂਦਾ, ਲੜਦਾ ਉਹ ਵੀ ਹੈ, ਪ੍ਰਤੱਖ ਤਾਂ ਫਾਈਟ ਨਹੀਂ ਕਰਦਾ, ਵੇਖਣ ਨੂੰ ਐ ਸ਼ਾਂਤਮਈ ਚਿੱਟਾ ਕੁੱਕੜ
ਚਿੱਟੇ ਕੱਪੜੇ ਤੇ ਵੇਖਣ ਨੂੰ ਜਾਪਦਾ ਵੀ ਇਹ ਸੰਤ ਹੈ, ਪਰ ਹੈ ਸਤੋਗੁਣੀ ਦਾ ਸੁਭਾਅ ਵੀ ਲੜਾਕੂ ਹੈ, ਹਉਮੈ ਦੇ ਵਿੱਚ ਹੈ। ਉਹਦਾ ਮਨ ਹੰਕਾਰ ਦੇ ਵਿੱਚ ਖੜਕਦਾ ਹੈ, ਮਨ ਕਰਕੇ ਚਾਹੁੰਦਾ ਵੀ ਫਲਾਣੇ ਦਾ ਨੁਕਸਾਨ ਹੋਵੇ ਅਤੇ ਮੈਂ ਉਹਦੇ ਤੋਂ ਉੱਪਰ ਜਾਵਾਂ। ਸੋ ਇਉਂ ਬਾਬੇ ਫਰੀਦ ਨੇ ਸ਼ਲੋਕਾਂ ਦੇ ਵਿੱਚ ਉਚਾਰਿਆ, ਹਉਮੈ ਅੰਦਰ ਖੜਕ ਹੈ। ਜਿਹੜਾ ਬੰਦਾ ਹਉਮੈ ਦੇ ਵਿੱਚ ਹੈ ਉਹ ਜ਼ਰੂਰ ਖੜਕੂਗਾ, ਉਹਦਾ ਮਨ ਖੜਕਦਾ ਰਹਿੰਦਾ ਹੈ, ਕਿਉਂਕਿ ਰਜੋ ਤੇ ਤਮੋ ਤੇ ਸਤੋ ਇਹ ਤਿੰਨ ਗੁਣਾਂ ਵਾਲੇ ਹਉਮੈ ਦੇ ਵਿੱਚ ਹਨ। ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵੇ ਹਾਏ। ਸਭ ਦੁਨੀਆ ਖੜਕਦੀ ਪਈ ਇੱਕ ਦੂਜੇ ਨਾਲ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੈ ਨਾਲ। ਅੱਜ ਕੱਲ੍ਹ ਦੇ ਸੰਤ ਵੀ ਵੱਜੀ ਜਾਂਦੇ ਨੇ, ਇੱਕ ਦੂਜੇ ਨਾਲ ਖਹਿ ਖਹਿ ਮਰਦੇ ਨੇ, ਡੇਰਿਆਂ ਦੇ ਕਬਜ਼ੇ ਪਿੱਛੇ ਗੋਲੀਆਂ ਚਲਾਉਂਦੇ ਨੇ। ਫਰੀਦ ਕਹਿੰਦਾ ਉਹ ਕਮਲਿਆ ਸਾਧਾ, ਦੁਨੀਆ ਤਾਂ ਬੜਾ ਵੱਜਦੀ ਨਿਆਣਿਆਂ ਖਾਤਰ, ਨਾ ਤੇਰਾ ਕੋਈ ਨਿਆਣਾ ਨਾ ਕੋਈ ਤੂੰ ਵਿਆਹ ਕਰਾਇਆ, ਤੂੰ ਡੁੱਬ ਕੇ ਮਰ ਜਾ ਇਹਦੇ ਨੂੰ। ਜੇ ਗੋਲੀਆਂ ਚਲਾਉਣੀਆਂ ਸੀਗੀਆਂ ਤਾਂ ਫਿਰ ਸਾਧ ਕਾਹਦਾ ਬਣਿਆ? ਇਹਨੂੰ ਤਾਂ ਗ੍ਰਸਤੀ ਤਾਂ ਫੱਬਦਾ ਹੈ ਨਾ ਵੀ ਉਹ ਆਪਦੇ ਹੱਕ ਲਈ ਕੁਛ ਕਰ ਰਿਹਾ। ਜਿਹੜਾ ਸਾਧ ਹੀ ਬਣ ਗਿਆ, ਕਬੀਰ ਧਰਤੀ ਸਾਧ ਕੀ, ਇੱਥੇ ਨਹੀਂ ਤਾਂ ਉੱਥੇ ਸਹੀ, ਫਿਰ ਤੂੰ ਸਾਧੂ ਕਾਹਦਾ ਹੋਇਆ? ਇਉਂ ਅੱਜ ਕੱਲ੍ਹ ਸਾਧੂ ਸੰਤ ਵੀ ਖੜਕਦੇ ਨੇ, ਵੱਜਦੇ ਨੇ ਇੱਕ ਦੂਜੇ ਨਾਲ, ਖਹਿੰਦੇ ਨੇ। ਫਰੀਦਾ ਦੁਨੀ ਵਜਾਈ ਵੱਜਦੀ, ਤੂੰ ਵੀ ਵੱਜੈ ਨਾਲ। ਹੈ ਸੰਤਾ ਤੂੰ ਵੀ ਨਾਲ ਹੀ ਵੱਜ ਰਿਹਾ। ਸੋਈ ਜਿਉ ਨਾ ਵੱਜਦਾ ਜਿਸ ਅੱਲੋ ਕਰਦਾ ਸਾਰ। ਜਿਸ ਦੀ ਅੱਲਾ ਸੰਭਾਲ ਕਰਦਾ ਉਹ ਜੀਵਾਤਮਾ ਵੱਜਦਾ ਨਹੀਂ, ਖੜਕਦਾ ਨਹੀਂ ਹੈ। ਇਉਂ ਤਿੰਨ ਗੁਣ ਜਿਹੜੇ ਹਨ ਇਹ ਜੀਵ ਦੇ ਨਾਲ ਜੁੜੇ ਹੋਏ ਨੇ। ਦਿਨ ਅਤੇ ਰਾਤ ਦੇ ਸੈਰ, ਜਿੰਨਾ ਚਿਰ ਬੰਦਾ ਜਿਉਂਦਾ ਦਿਨ ਅਤੇ ਰਾਤ ਸਾਡੇ ਮਗਰੋਂ ਨਹੀਂ ਲੈਣਗੇ। ਕਦੀ ਦਿਨ ਚੜ੍ਹ ਜਾਊ, ਕਦੀ ਰਾਤ ਪੈ ਜਾਊ। ਇਉਂ ਇਹਨਾਂ ਗੁਣਾਂ ਦੇ ਨਾਲ ਜੁੜਨ ਰੂਪ ਹਉਮੈ ਦੇ ਸਹਿਜ ਇਹ ਵੱਜਦਾ ਹੈ, ਖੜਕਦਾ ਰਹਿੰਦਾ ਹੈ। ਮੂਰਤ ਘਰੀ ਪਾਲੋ, ਮੂਰਤ ਦੋ ਘੜੀਆਂ, ਇੱਕ ਘੜੀ ਤੇ ਪਲ ਮਾਤਰ ਜੁੜਦਾ, ਟਿਕਦਾ ਰਹਿੰਦਾ। ਭਾਵ ਮਨ ਇਹੋ ਨਿਰਣੇ ਕਰਦਾ ਰਹਿੰਦਾ ਕਿ ਹੁਣ ਅਵਿਦਿਆ ਰੂਪ ਰਾਤ ਚਲੀ ਗਈ ਹੈ, ਗਿਆਨ ਰੂਪੀ ਦਿਨ ਚੜ੍ਹ ਗਿਆ ਤੇ ਪਲ ਇੱਕ ਘੜੀ ਦੋ ਘੜੀਆਂ ਮਾਤਰ ਜੁੜ ਗਿਆ ਹੈ। ਬਜਾ ਬਨਹਾਰੋ ਓਢ ਸਧਾਰਿਓ। ਪਰ ਜਦੋਂ ਵਜਾਉਣ ਵਾਲਾ ਮਨ ਤਿੰਨਾਂ ਗੁਣਾਂ ਤੋਂ ਉੱਠ ਕੇ ਉਪਰਾਮ ਹੋ ਕੇ ਆਪਣੇ ਤੁਰਿਆ ਪਦ ਸਰੂਪ ਦੇ ਵਿੱਚ ਚਲਾ ਗਿਆ, ਤਬ ਫਿਰ ਬਾਜਨ ਪਇਓ। ਤਦੋਂ ਫਿਰ ਹੰਗਤਾ ਮਮਤਾ ਦੀ ਆਵਾਜ਼ ਨਹੀਂ ਆਉਂਦੀ, ਹਉਮੈ ਦਾ ਖੜਕਾ ਨਹੀਂ ਆਉਂਦਾ। ਐਨ ਸੰਤ ਦਾ ਮਤਲਬ ਹੈ ਸ਼ਾਂਤ। ਜਿਸ ਦਾ ਹਿਰਦਾ ਨਾਮ ਜਪ ਕੇ ਸ਼ਾਂਤ ਹੋ ਗਿਆ ਸੋ ਕਹੀਏ ਸੰਤ। ਜਿਨ੍ਹਾਂ ਸਾਸ ਕੇ ਰਾਸ ਨ ਵਿਸਰੈ, ਹਰ ਨਾਮ ਮਨ ਮੰਤ। ਤਨ ਸੇ ਸੇਈ ਨਾਨਕ ਪੂਰਨ ਸੋਈ ਸੰਤ। ਸੋ ਜਿਨ੍ਹਾਂ ਦੀ ਨਾਮ ਜਪ ਕੇ ਆਤਮਾ ਸ਼ਾਂਤ ਹੋ ਗਈ ਹੈ ਅਤੇ ਦਵੈਤ ਭਾਵ ਨਿਬੜ ਗਿਆ, ਉਹ ਜਿਹੜੇ ਸੰਤ ਮਹਾਤਮਾ ਨੇ ਉਹ ਤਾਂ ਬੁਲਾਇਆ ਵੀ ਨਹੀਂ ਬੋਲਦੇ। ਜੇ ਕੋਈ 100 ਵਾਰ ਬੁਲਾਵੇ ਤੇ ਮਸਾਂ ਹੀ ਇੱਕ ਜਵਾਬ ਦਿੰਦੇ ਨੇ। ਪੈਸੇ ਦੇ ਕੇ ਮੱਥਾ ਟੇਕੋ ਤੇ ਸਾਰੀ ਸਾਰੀ ਦਿਹਾੜੀ ਦਰਵਾਜ਼ੇ ਕੇ ਖੜੇ ਰਹੋ ਤਾਂ ਵੀ ਨਹੀਂ ਬੋਲਦੇ, ਪੈਸੇ ਦੇ ਨਾਲ ਵੀ ਨਹੀਂ ਬੋਲਦੇ। ਮਤਲਬ ਚੇਤ ਉਹਨਾਂ ਦਾ ਜੁੜਿਆ ਹੋਇਆ ਹੈ। ਤੇ ਸਾਡੇ ਵਰਗੇ ਠਹਿਰ ਜਾ, ਤੂੰ ਰਾਹ ਰੋਕਦੇ ਨੇ, ਤੂੰ ਕਿੱਧਰ ਚੱਲਿਆ, ਇੱਧਰ ਮੇਰੇ ਨਾਲ ਗੱਲ ਕਰਕੇ ਜਾ। ਮਤਲਬ ਦੁਨੀਆ ਬਾਂਹ ਤੋਂ ਫੜ ਕੇ ਪਾਸੇ ਕਰਕੇ ਲੜਦੀ ਹੈ, ਰਾਹ ਰੋਕਦੀ ਹੈ ਬਦੋ ਬਦੀ। ਸੋ ਬੇਵਜ੍ਹਾ ਹੀ ਖੜਕਦੇ ਹਨ ਇੱਕ ਦੂਜੇ ਨਾਲ। ਲੋਕਾਂ ਨੂੰ ਤਾਂ ਬਹਾਨਾ ਚਾਹੀਦਾ ਲੜਾਈ ਦਾ, ਆਪਣੇ ਆਪ ਬੰਦਾ ਬਚ ਜਾਏ ਤਾਂ ਭਾਵੇਂ ਬਚ ਜਾਏ, ਨਹੀਂ ਤਾਂ ਦੁਨੀਆ 'ਚ ਬੰਦਾ ਬਚ ਕੋਈ ਨਹੀਂ ਸਕਦਾ। ਇਸ ਲਈ ਸੋ ਮਹਾਰਾਜ ਕਹਿੰਦੇ ਨੇ ਵੀ ਜਾਂ ਤਿੰਨਾਂ ਗੁਣਾਂ ਤੋਂ ਉੱਠ ਗਿਆ, ਰਜੋ ਸਤੋ ਤਮੋ ਤੋਂ ਰਹਿਤ ਉਪਰਾਮ ਹੋ ਕੇ
ਤੁਰੀਆ ਵਿੱਚ ਡਿੱਗ ਗਿਆ, ਸਰੂਪ ਦੇ ਵਿੱਚ ਚਲਾ ਗਿਆ। ਤਦੋਂ ਫਿਰ ਹੰਗਤਾ ਮਮਤਾ ਦੀ ਆਵਾਜ਼ ਨਹੀਂ ਆਉਂਦੀ। ਜੈਸੇ ਕੁੰਭ ਉਦਕ ਪੂਰੇ ਆਨਿਓ, ਜਿਵੇਂ ਉਦਕ ਪਾਣੀ ਦਾ ਕੁੰਭ ਘੜਾ ਨਦੀ ਤਲਾਬ ਆਦਿਕ ਤੋਂ ਪੂਰ ਭਰ ਕੇ ਆਨਿਓ ਲਿਆਂਦਾ ਜਾਵੇ। ਤਾਬੇ ਉਹ ਪੈਨ ਦ੍ਰਿਸ਼ਟੋ, ਤਦੋਂ ਪਾਣੀ ਦਾ ਭਰਿਆ ਹੋਇਆ ਘੜਾ ਨਦੀ ਤਲਾਬ ਆਦਿਕ ਦੇ ਪਾਣੀ ਤੋਂ ਭਿੰਨ ਵੱਖਰਾ ਦ੍ਰਿਸ਼ਟੋ ਦਿਸਦਾ ਹੈ। ਕਾਹੋ ਨਾਨਕ ਕੁੰਭ ਜਲ ਮਹਿ ਡਾਰਿਓ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜਦ ਉਸ ਕੁੰਭ ਘੜੇ ਦਾ ਜਲ ਪਾਣੀ ਨਦੀ ਜਾਂ ਤਲਾਬ ਦੇ ਵਿੱਚ ਡਾਰ ਦਿੱਤਾ, ਪਾ ਦਿੱਤਾ ਜਾਵੇ। ਅੰਬੈ ਅੰਬ ਮਿਲੋ, ਤਦੋਂ ਪਾਣੀ ਦੇ ਨਾਲ ਪਾਣੀ ਮਿਲ ਜਾਂਦਾ ਹੈ। ਇਸੇ ਪ੍ਰਕਾਰ ਕਾਹੋ ਨਾਨਕ ਕੁੰਭ ਜਲ ਮਹਿ ਡਾਰਿਓ। ਸੋ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਰੂਪੀ ਘੜਾ ਹੈ, ਜੈਸੇ ਕੁੰਭ ਪੰਜਾਂ ਤੱਤਾਂ ਦਾ ਸਰੀਰ ਰੂਪੀ ਘੜਾ ਉਦਕ ਪੂਰੇ ਆਨਿਓ, ਇਹ ਚਿਦਾਭਾਸ ਰੂਪ ਨਦੀ ਜਾਂ ਤਲਾਬ ਦੇ ਵਿੱਚੋਂ ਚੇਤਨ ਸੱਤਾ ਰੂਪ ਜਲ ਦੇ ਨਾਲ ਭਰ ਕੇ ਲਿਆਂਦਾ ਜਾਵੇ। ਤਬ ਉਹ ਭਿੰਨ ਦ੍ਰਿਸ਼ਟੋ, ਤਦੋਂ ਉਹ ਸਰੀਰ ਰੂਪ ਘੜਾ ਜੀਵ ਬਣਿਆ ਹੋਇਆ ਵੱਖਰਾ ਦਿਸਦਾ ਹੈ। ਕਹੋ ਨਾਨਕ ਕੁੰਭ ਜਲ ਮੈਂ ਡਾਰਿਓ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜਦ ਉਹ ਸਰੀਰ ਰੂਪ ਘੜੇ ਦਾ ਚੇਤਨ ਸੱਤਾ ਰੂਪੀ ਪਾਣੀ ਜਿਹਦਾ ਭਾਸ ਰੂਪ ਨਦੀ ਜਾਂ ਤਲਾਬ ਦੇ ਵਿੱਚ ਪਾ ਦਿੱਤਾ ਜਾਵੇ, ਅੰਬੈ ਅੰਬ ਮਿਲੋ, ਤਦੋਂ ਬ੍ਰਹਮ ਬ੍ਰਹਮ ਮਿਲੇ ਕੋਈ ਨਾ ਸਾਕੈ ਭਿੰਨ ਕਰ ਬਲਰਾਮ ਜੀਓ। ਸੋ ਬ੍ਰਹਮ ਰੂਪੀ ਪਾਣੀ ਦੇ ਨਾਲ ਚੇਤਨ ਸੱਤਾ ਰੂਪ ਪਾਣੀ ਜਾਂ ਈਸ਼ਰ ਰੂਪ ਪਾਣੀ ਵੇ ਜੀਵ ਰੂਪ ਪਾਣੀ ਮਿਲ ਜਾਂਦਾ ਹੈ। ਜਿਉਂ ਜਲ ਮੈਂ ਹੈ ਜਲ ਆਈ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਈ ਬਿਸਰਾਮ, ਨਾਨਕ ਪ੍ਰਭ ਕੈ ਸਤਿ ਕੁਰਬਾਨ। ਇਉਂ ਜੀਵ ਈਸ਼ ਦੀ ਏਕਤਾ ਹੋ ਜਾਂਦੀ ਹੈ। ਜਿਵੇਂ ਘੜੇ ਦਾ ਪਾਣੀ ਨਦੀ ਜਾਂ ਤਲਾਬ ਦੇ ਵਿੱਚ ਪਾਉਣ ਤੋਂ ਨਦੀ ਦੇ ਪਾਣੀ ਨਾਲ ਹੀ ਮਿਲ ਜਾਂਦਾ ਹੈ, ਇਉਂ ਪਰਮੇਸ਼ਰ ਦੇ ਨਾਲ ਜੀਵ ਵਧੇ ਮੁਕਤ ਹੋ ਕੇ ਇੱਕਮਿਕ ਹੋ ਜਾਂਦਾ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਅਰਥਾਤ ਜੀਵਨ ਮੁਕਤ ਪੁਰਖ ਤੇ ਵਧੇ ਮੁਕਤ ਪੁਰਖ ਦੀ ਵਿਚਾਰ ਇਸ ਪ੍ਰਕਾਰ ਹੈ। ਜੋ ਜੀਵਨ ਮੁਕਤ ਪੁਰਖ ਹੁੰਦਾ ਹੈ ਉਹ ਨੇਹ ਤਿਆਗ ਹੁੰਦਾ ਹੈ, ਭਾਵ ਸਰੀਰ ਕਰਕੇ ਬੋਲਦਾ ਚੱਲਦਾ ਕਿਰਿਆ ਆਦਿਕ ਸਭ ਕੁਝ ਕਰਦਾ, ਪਰ ਦਿਲੋਂ ਕੁਝ ਵੀ ਨਹੀਂ ਕਰਦਾ। ਸਦਾ ਅਲੱਗ ਰਹੇ, ਨਿਰਵਾਣ, ਸਦਾ ਅਸੰਗ ਹੀ ਰਹਿੰਦਾ ਹੈ। ਅਤੇ ਜੋ ਵਧੇਹ ਮੁਕਤ ਪੁਰਖ ਹੁੰਦਾ ਹੈ ਉਹ ਸਰੀਰ ਕਰਕੇ ਵੀ ਕੁਝ ਨਹੀਂ ਕਰਦਾ, ਭਾਵ ਵਧੇਹ ਮੁਕਤ ਪੁਰਖ ਆਪਣੇ ਸਰੀਰ ਦੀ ਵੀ ਸੰਭਾਲ ਲਈ ਖਾਣ ਪੀਣ ਦਾ ਯਤਨ ਵੀ ਨਹੀਂ ਕਰ ਸਕਦਾ। ਜੇਕਰ ਕੋਈ ਭੋਜਨ ਖਵਾ ਦੇਵੇ ਤਾਂ ਖਾ ਲੈਂਦਾ, ਇੰਨੀ ਮਸਤੀ ਉਹਦੇ ਅੰਦਰ ਹੋ ਜਾਂਦੀ ਹੈ। ਜਿਵੇਂ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਸਨ, ਮੋਟਾ ਸਾਰਾ ਉਹਨਾਂ ਦਾ ਪੇਟ ਢਿੱਡ ਵਧਿਆ ਹੋਇਆ ਸੀਗਾ। ਸੇਵਕ ਨੇ ਇਹ ਰੋਟੀਆਂ ਖਵਾਈ ਜਾਣੀਆਂ, ਉਹਨਾਂ ਖਾਈ ਜਾਣੀਆਂ। ਮੁੜ ਕੇ ਉਹਨੇ ਰੱਸਾ ਇੱਕ ਰੱਖਿਆ ਹੋਇਆ ਸੀ, ਮਿਣ ਕੇ ਕਹਿ ਦੇਣਾ ਤੁਹਾਡਾ ਪੇਟ ਭਰ ਗਿਆ ਜੀ, ਕਹਿੰਦੇ ਹਾਂਜੀ ਭਰ ਗਿਆ। ਫਿਰ ਜਦੋਂ ਉਹਨੇ ਕਹਿਣਾ ਭੁੱਖ ਲੱਗ ਗਈ ਜੀ, ਕਹਿੰਦੇ ਹਾਂਜੀ ਲੱਗ ਗਈ ਜੀ। ਜੇ ਖਵਾ ਦਿੱਤੀ ਤਾਂ ਸਹੀ ਹੈ, ਨਹੀਂ ਤਾਂ ਚੜ੍ਹਦੀ ਕਲਾ। ਇਸ ਤਰੀਕੇ ਦੇ ਨਾਲ ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਸੋ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਦਾ ਹੋ ਜਾਂਦਾ। ਉਂਝ ਵੈਸੇ ਭੁੱਖ ਤਾਂ ਲੱਗਦੀ ਹੋਈ ਆ, ਪ੍ਰਸ਼ਾਦਾ ਤਾਂ ਛਕਣਾ ਪੈਂਦਾ ਹੀ ਆ, ਅਤੇ ਪਰ ਉਹ ਮਨ ਜਿਹੜਾ ਹੈ ਉਹ ਧੀਰਜ ਦੇ ਸਹਿਤ, ਹੌਸਲੇ ਦੇ ਸਹਿਤ ਰਹਿੰਦਾ ਹੈ। ਇੱਕ ਫਗਵਾੜੇ ਇਲਾਕੇ ਵਿੱਚ ਮਹਾਂਪੁਰਖ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ,
ਉਹਨਾਂ ਦੇ ਜਥੇ ਦੇ ਸਿੰਘ ਦੇ ਦਰਸ਼ਨ ਹੋਏ ਸਨ ਤੇ ਉਹਨੇ ਆਪ ਦੀ ਅਵਸਥਾ ਦੱਸੀ, ਮੇਰੇ ਨਾਲ ਸਾਂਝੀ ਕੀਤੀ। ਕਹਿੰਦੇ ਇੱਕ ਵਾਰ ਪਹਾੜੀ ਤੇ ਹੋਰਨਾਂ ਸਾਧੂਆਂ ਨਾਲ ਮਿਲ ਕੇ ਭਜਨ ਕਰ ਰਹੀ ਸੀ। ਸਿੰਘ ਟੋਕਰਾ ਲੈ ਕੇ ਆਏ ਪ੍ਰਸ਼ਾਦਿਆਂ ਦਾ ਤੇ ਬਾਲਟੀ ਸਬਜ਼ੀ ਦੀ, ਤੇ ਮੈਨੂੰ ਸ਼ਿਕਾਈ ਕਿ ਮੈਂ ਛਕੀ ਗਿਆ। ਟੋਕਰੇ ਦਾ ਟੋਕਰਾ, ਪੂਰੀ ਬਾਲਟੀ ਦੀ ਬਾਲਟੀ। ਨਾ ਖਾਓ ਤੇ ਕਹਿੰਦੇ ਨਾ ਖਾਓ। ਤੇ ਸਰੀਰ ਹੈ ਬਿਲਕੁਲ ਸੁੱਕਾ ਜਿਹਾ, ਉੱਚਾ ਲੰਮਾ ਜਵਾਨ, ਚੜ੍ਹਦੀ ਕਲਾ, ਸਿਰੇ ਦਾ ਚਾਓ ਜਲਾਲ। ਡਮੇਲੀ ਨਗਰ ਵਿਖੇ ਸੰਤਾਂ ਦਾ ਗੁਰਦੁਆਰਾ ਸਾਹਿਬ ਹੈ, ਉੱਥੇ ਉਹਦੇ ਦਰਸ਼ਨ ਹੋਏ ਸਨ। ਇੰਜ ਵੈਸੇ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਸੋ ਜਿਹੜੀ ਸੁਤੇ ਸਿੱਧ ਪ੍ਰਭੂ ਦੀ ਕਿਰਪਾ ਹੋਣੀ ਹੈ, ਉਹ ਗੱਲ ਕੁਛ ਹੋਰ ਹੈ। ਜਿਹੜਾ ਆਪਦੀ ਮਰਜ਼ੀ ਨਾਲ ਇਸ ਤਰ੍ਹਾਂ ਕਰਨਾ, ਇਹ ਕੋਈ ਚੰਗੀ ਗੱਲ ਨਹੀਂ ਹੈ। ਮਰਜ਼ਾਦਾ ਜੋ ਸੰਸਾਰ ਦੀ ਹੈ, ਉਸ ਸੰਸਾਰ ਦੀ ਮਰਜ਼ਾਦਾ ਦੇ ਵਿੱਚ ਹੀ ਗੁਰਮੁਖ ਰਹਿੰਦੇ ਨੇ। ਥੋੜ੍ਹਾ ਸਬਣਾ ਖਾਵਣਾ, ਥੋੜ੍ਹਾ ਬੋਲਣ, ਗੁਰਮਤਿ ਪਾਏ। ਅਲਪ ਆਹਾਰ ਸੁਲਪ ਸੀ ਨਿੰਦਰਾ, ਛੱਡਦੇ ਵੀ ਨਹੀਂ। ਭਾਵੇਂ ਇੱਕ ਬੁਰਕੀ ਜਾਂਦੀ ਖਾਣ। ਹੰਸਾਲੀ ਵਾਲੇ ਮਹਾਂਪੁਰਖ ਇੱਥੋਂ ਗੁਰਦੁਆਰੇ ਤੋਂ ਸਪੈਸ਼ਲ ਲੰਗਰ ਜਾਂਦਾ, ਕਹਿੰਦੇ ਮੇਰੇ ਲਈ ਲੈ ਕੇ ਆਇਆ ਕਰੋ। ਇੱਕ ਇੱਧਰੋਂ ਵੀ ਸੈਕਟਰਾਂ ਦੇ ਵਿੱਚੋਂ ਵੀ ਪਤਾ ਨਹੀਂ ਕਈ ਜਾਂਦੇ। ਮੈਂ ਪੁੱਛਿਆ ਵੀ ਇੰਨੀਆਂ ਰੋਟੀਆਂ ਖਾ ਜਾਂਦੇ ਹੋ? ਕਹਿੰਦੇ ਜੀ ਨਹੀਂ, ਉਹ ਹੀ ਬਸ ਖੁਸ਼ੀ ਦੇ ਨਾਲ ਹੀ ਛਕਦੇ ਤਾਂ ਥੋੜ੍ਹਾ ਹੀ ਨੇ, ਲੰਗਰ ਵਿੱਚ ਭੇਟਾ ਕਰ ਦਈਦਾ। ਸੋ ਇਸ ਤਰ੍ਹਾਂ ਇਹ ਰੱਬ ਦੇ ਪਿਆਰਿਆਂ ਦੀ ਮਰਜ਼ਾਦਾ ਹੈ ਕਿ ਉਹ ਸੰਗਤਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਵੀ ਇਸ ਤਰ੍ਹਾਂ ਬਹੁਤ ਕਰਦੇ ਨਹੀਂ, ਜਾਂ ਅੰਨ ਦਾਣਾ ਸਫਲ ਕਰਨ ਵਾਸਤੇ। ਕਿਸੇ ਪ੍ਰੇਮੀ ਨੇ ਰੋਟੀ ਵਰਜੀ ਤੇ ਸੰਤ ਕਹਿੰਦੇ ਹਾਂ ਮੈਂ ਆਊਂਗਾ, ਪੂਰਾ ਟਾਈਮ ਫਿਕਸ ਹੋ ਗਿਆ। ਤੇ ਉਹ ਵਿਚਾਰਾ ਡਿੱਗ ਡਿੱਗਾ ਹੰਭ ਗਿਆ। ਸੰਤ ਆਏ ਹੀ ਨਹੀਂ। ਮੁੜ ਕੇ ਲੈਣ ਗਿਆ, ਕਹਿੰਦੇ ਬਾਬਾ ਜੀ ਟਾਈਮ ਲੰਘ ਗਿਆ, ਕਿੰਨਾ ਉੱਪਰ ਹੋ ਗਿਆ, ਮੈਂ ਡੀਕਦਾ ਰਿਹਾ, ਤੁਸੀਂ ਆਏ ਨਹੀਂ। ਕਹਿੰਦੇ ਮੈਂ ਤਾਂ ਖਾ ਵੀ ਗਿਆ। ਮਤਲਬ 5 ਸਿੰਘ ਉਹਨਾਂ ਦੇ ਘਰ ਆਏ ਤੇ ਉਹਨਾਂ ਨੂੰ ਨਾ ਪ੍ਰਸ਼ਾਦਾ ਛਕਾਤਾ। ਤੇ ਇਸ ਵਾਸਤੇ ਸੋ ਜਿਹੜਾ ਰੱਬ ਦੇ ਪਿਆਰੇ ਨੇ ਉਹ ਸੰਗਤ ਰੂਪ ਹੀ ਨੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਉਹ ਜਿਹੜਾ ਵਧੀਆ ਮੁਕਤ ਹੈ, ਉਹਦੇ ਅੰਦਰ ਮਸਤੀ ਹੋ ਜਾਂਦੀ ਹੈ। ਆਪ ਦਾ ਵੀ, ਸਰੀਰ ਦਾ ਵੀ ਉਹਨੂੰ ਚੇਤਾ ਭੁੱਲ ਜਾਂਦਾ, ਸੋਝੀ ਨਹੀਂ ਰਹਿੰਦੀ ਹੈ। ਇਉਂ ਸੋ ਪਾਣੀ 'ਚ ਪਾਣੀ ਜਿਸ ਤਰ੍ਹਾਂ ਮਿਲ ਜਾਂਦਾ, ਇਸ ਤਰ੍ਹਾਂ ਵਾਹਿਗੁਰੂ ਦੇ ਵਿੱਚ ਪਰਮਹੰਸ ਦੀ ਅਵਸਥਾ ਵਾਲੇ ਗੁਰਮੁਖ ਇੱਕਮਿਕ ਹੋ ਜਾਂਦੇ ਹਨ। ਸਾਰਗ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਾਰੰਗ ਰਾਗ ਦੇ ਵਿੱਚ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਅਬ ਪੁੱਛੇ ਕਿਆ ਕਹਾ। ਇਹ ਜੀਵ ਜੇ ਹੁਣੇ ਤੇਰੇ ਸਵਾਸ ਖਤਮ ਹੋ ਜਾਣ, ਗੱਲਾਂ ਤਾਂ ਤੂੰ ਬੜੀਆਂ ਮਾਰਦਾ, ਹੰਕਾਰ ਬੜਾ ਕਰਦਾ। ਜੇ ਹੁਣੇ ਤੇਰੀ ਜ਼ਿੰਦਗੀ ਮੁੱਕ ਜਾਵੇ ਤੇ ਧਰਮ ਰਾਜੇ ਕੋ ਤੈਨੂੰ ਪੇਸ਼ ਕੀਤਾ ਜਾਏ ਤੇ ਧਰਮ ਰਾਜਾ ਪੁੱਛੇ ਵੀ ਦੱਸ ਇਸ਼ਨਾਨ ਕਰਕੇ ਆਇਆ ਹੈ, ਤਾਂ ਦੱਸ ਕੀ ਜਵਾਬ ਦੇਵੇਂਗਾ? ਕੋਈ ਨਿਤਨੇਮ ਕੀਤਾ ਹੈ, ਕੋਈ ਸੇਵਾ ਕੀਤੀ ਗੁਰਦੁਆਰੇ, ਜਾਂ ਜਿਹੜੀ ਤੂੰ ਕਮਾਈ ਕਰਦਾ ਰਿਹਾ ਉਹਦੇ ਵਿੱਚੋਂ ਦਸਵੰਧ ਜਾਂ ਤਿਲ ਫੁੱਲ ਜਿੰਨਾ ਵੀ ਤੇਰਾ ਸਰਦਾ ਬਣਦਾ, ਕੋਈ ਪਰਉਪਕਾਰ ਲਈ ਭੇਟਾ ਕੀਤਾ ਹੈ, ਕੋਈ ਕਿਸੇ ਨੂੰ ਕੋਈ ਪ੍ਰਸ਼ਾਦਾ ਪਾਣੀ ਆਦਿਕ ਛਕਾਇਆ, ਜਿਹੜਾ ਘਰ ਬਾਰ ਰੱਬ ਨੇ ਦਿੱਤਾ ਉਹਦੇ 'ਚ ਕਿਸੇ ਨੂੰ ਕੋਈ ਨਿਵਾਸ ਦਿੱਤਾ, ਜਿਹੜੀ ਸਵਾਰੀ ਰੱਬ ਨੇ ਦਿੱਤੀ ਹੈ ਉਹਦੇ 'ਤੇ ਕਿਸੇ ਨੂੰ ਕੋਈ ਲਿਫਟ ਦਿੱਤੀ, ਕੋਈ ਭਲਾ ਕੀਤਾ ਕਿਸੇ ਦਾ, ਕੀ ਜਵਾਬ ਦੇਵੇਂਗਾ? ਦਾਨ ਪੁੰਨ ਨਹੀਂ ਸੰਤਨ ਸੇਵਾ।
महाराज मैं दान भी नहीं किया, पुण्य भी नहीं किया, किसी पुरब के मौके संतां की सेवा भी नहीं मैं की, किते ही काज ना आया, किसी काम भी कुछ नहीं आया। पिछों लड़ाइयाँ पै गई बंडियां दियाँ, एक दूजे के उपर हावी हो गए, कतलेआम तक हो जाते। तो इसलिए की कहेगा, तू की जवाब देगा? तू हुण तक कोई चंगा कर्म ना कीता नहीं है। जद धर्म राजा तेरे कीते कर्मां का हिसाब पुछना करेगा तो तू दस, तैनूं कोई जवाब आवेगा? की तू जवाब धर्मराजे नूं देंगा? धर्मराजे नूं हुक्म है। कई मूर्ख बंदे कहिंदे भी कोई धर्म तुरम राजा नहीं है, इत्थे ही नरक स्वर्ग ने। मन लैने फिर इत्थे ही ने। आ लूले लंगड़े पिंगले बेचारे, किन्नी ठंड है, तो कईयां कोल वस्त्रां दी कमी है, कईयां नूं पैरां 'च जुत्ती नहीं, कई बेचारे बिमार पए ने। सब कुछ हुंदियां सुंदियां हॉस्पिटलों दे विच तरा तरा करदे पए ने। ये नरकी दा है, इत्थे ही मन लो। इउं कई प्रकार दा है, ते उपर भी है। धर्म राजा क्यों नहीं गा? जद महाराज कहिंदे ने आपां महाराज तो ज़्यादा सियाणे आ। गुरु साहब सानू दस रहे ने, धर्म राय नूं हुक्म है, बह सच्चा धर्म विचार, दूजे भाई दुष्ट आत्मा वो तेरी सरकार। ओदी मर्जी है भी इत्थे बंदे नूं इत्थे नरकां 'च सुੱਟ देवे। कहंदे ने इत्थे ही सब कुछ है, भावें इत्थे दबार तो फिर सुੱਟ देवे, या कोई असाध बीमारी ला देवे जिउंदियां ही, ते या फिर किते होर कुंभी नरक दे विच सुੱਟ देवे। पर है धर्म राजा जरूर है, वो पुछेगा। जिस तरह कोर्ट कचहरियां दे विच वकील हुंदे ने, उत्थे वकील भी ने यमदूत, ਵੱਖੋ ਵੱਖਰੇ टेबल लगे ने काले कोटा वाले, तो बंदे दे जाण तो पहला ਉਹਦੀ फाइल टेबल ते पई होगी सामने, उन्होंने दिखाया जाएगा, तो रात दे गुप्त दसदा। जे बंदा ना मने, LCDयां लगियां हुई ने, फिल्म दिखा देंगे भी आ वेख ला। पक्के सबूत, रब दे कैमरे, आ सैटेलाइट तो हुण आई है, रब दे कैमरे पक्के ही उपर फिट ने। मूवियां बनदियां ने बिल्कुल वीडियोग्राफी एन इन बिन, ਜਿਹੜੇ रात ਨੂੰ भी काम करते हैं, सब कुछ दिखता है। इसलिए धर्म राजा तेरे कर्मां का हिसाब जरूर पुछेगा, पर तैथों जवाब नहीं होन दिता जाना। पौड़ी बड़ा हुआ दुनीदार, गल संगल कत चलाया, अगे करनी कीरत वाची है, मैं लिखा कर समझाया, थाओ न होवी पाउंदी, हुण सुनिया क्या रू आया, मन अंध है जन्म गवाया। अंधे मन वाले ने आपदा मनुखा जन्म व्यर्थ ही गवा दिता। ਜਿਹੜੇ हो के आए ने उन्होंने दसिया है इत्थे 70 सैक्टर च ये गुरमुख प्यारे ਸਿੰਘਾਂ ਨੂੰ प्रशादा पानी करते सन। ਹੁਣ ਤਾਂ ਕਾਫੀ ਚਿਰ ਹੋ ਗਿਆ, ਪਤਾ ਨਹੀਂ ਬਾਹਰ ਚਲੇ ਗਏ ਹੋਣਗੇ। ਉਹਨਾਂ ਬਚਨ ਸੁਣਾਇਆ ਸੀਗਾ ਵੀ ਰਾਤ ਦੇ 12 ਵਜੇ ਮੈਂ ਚੜ੍ਹਾਈ ਕਰ ਗਿਆ, ਘਰ ਵਾਲੀ ਮੇਰੇ ਕੋਲ ਰੋਵੇ ਤੇ ਮੈਨੂੰ ਦਿਖੇ ਵੀ ਇਹ ਰੋ ਰਹੀ ਹੈ। ਚੌਂ ਬੰਦਿਆਂ ਨੇ ਕਹਿੰਦੇ ਮੈਨੂੰ ਫੜਿਆ ਹੋਇਆ, ਛੁੱਟ ਮੈਂ ਸਕਦਾ ਨਹੀਂ ਸੀ, ਨਾ ਮੈਨੂੰ ਚੁੱਪ ਕਰਾ ਸਕਦਾ ਸੀ, ਆਵਾਜ਼ ਨਹੀਂ ਨਿਕਲਣ ਦਿੰਦੇ ਸਨ। ਸਭ ਕੁਝ ਪਤਾ ਲੱਗ ਰਿਹਾ ਹੈ ਕਿ ਕੀ ਹੋ ਰਿਹਾ। ਉੱਪਰੋਂ ਹੋ ਕੇ ਕਹਿੰਦੇ 4 ਘੰਟਿਆਂ ਬਾਅਦ ਸਵੇਰੇ 4 ਵਜੇ ਮੈਂ ਵਾਪਸ ਆਇਆ। ਮੈਨੂੰ ਪੁੱਛਿਆ ਵੀ ਕੀ ਦਿਖਿਆ, ਕਹਿੰਦੇ ਬਸ ਆਵਾਜ਼ ਆਈ ਸੀਗੀ ਕਿ ਇਹਦਾ ਸਮਾਂ ਅਜੇ ਨਹੀਂ ਹੈ, ਤੁਸੀਂ ਭੁਲੇਖੇ ਨਾਲ ਲੈ ਕੇ ਆਏ ਹੋ, ਇਹਦੇ ਨਾਮ ਦਾ ਹੋਰ ਕੋਈ ਬੰਦਾ ਫਲਾਣੀ ਜਗ੍ਹਾ 'ਤੇ ਹੈ। ਕਹਿੰਦੇ ਮੈਨੂੰ ਸੁੱਟ ਗਏ ਅਤੇ ਇੰਨਾ ਸਰੀਰ ਮੇਰਾ ਟੁੱਟਿਆ ਅਤੇ ਭੱਜਿਆ ਜਿਵੇਂ ਕਿਸੇ ਨੇ ਡੰਡਿਆਂ ਦੇ ਨਾਲ ਸੇਵਾ ਕੀਤੀ ਹੋਵੇ। ਇੱਕ ਹਫ਼ਤਾ ਕਹਿੰਦੇ ਮੈਂ ਲੰਮੇ ਪਿਆ ਨਹੀਂ ਉੱਠਿਆ, ਇੰਨਾ ਸਰੀਰ ਮੇਰਾ ਭੰਨ ਸੁੱਟਿਆ ਉਹਨਾਂ ਨੇ। ਮਾਰਿਆ ਮੁਰਿਆ ਤਾਂ ਕੁਛ ਨਹੀਂ, ਪਰ ਫੜ ਕੇ ਹੀ ਆਉਂਦਿਆਂ ਜਾਂਦਿਆਂ ਹੀ ਰਾਹ 'ਚ ਮੇਰੀ ਬਰਬਾਦੀ ਹੋ ਗਈ।
ਫਿਰ ਕਹਿੰਦਾ ਉਸ ਤੋਂ ਬਾਅਦ ਮੈਂ ਅੰਮ੍ਰਿਤ ਛਕ ਕੇ ਮੁੜ ਕੇ ਨਿਤਨੇਮ ਨਹੀਂ ਛੱਡਿਆ। ਜਿਹੜੇ ਮਹਾਂਪੁਰਖ ਸੰਤ ਬਾਬਾ ਤੇਜਾ ਸਿੰਘ ਜੀ ਹੋਏ ਨੇ ਮਸਤੂਆਣਾ ਸਾਹਿਬ ਵਾਲੇ, ਸੰਤ ਬਾਬਾ ਅਤਰ ਸਿੰਘ ਜੀ ਤੋਂ ਬਰੋਸਾਈ, ਜਿਨ੍ਹਾਂ ਨੇ ਉਹਨਾਂ ਦਿਨਾਂ ਦੇ ਵਿੱਚ ਅਮਰੀਕਾ ਤੋਂ MA ਦੀ ਡਿਗਰੀ ਲਈ ਸੀਗੀ, ਜਿਨ੍ਹਾਂ ਨੇ ਪੌਂਟਾ ਸਾਹਿਬ ਦੇ ਨਜ਼ਦੀਕ ਜਿਹੜੀ ਅਕਾਲ ਅਕੈਡਮੀ ਬਣਾਈ ਹੈ। ਸੋ ਅਕਾਲ ਅਕੈਡਮੀਆਂ ਉਹਨਾਂ ਨੇ ਸਾਰੀਆਂ ਹੋਂਦ ਵਿੱਚ ਲਿਆਂਦੀਆਂ। ਉਹਨਾਂ ਦੀ ਸੋਚ ਸੀਗੀ ਵੀ ਗੁਰਮਤਿ ਦੇ ਵਿੱਚ ਵਿੱਦਿਆ ਦੀ ਘਾਟ ਹੈ, ਬੱਚਿਆਂ ਨੂੰ ਦੁਨਿਆਵੀ ਵਿੱਦਿਆ ਵੀ ਦਿੱਤੀ ਜਾਏ। ਉਹ ਸੰਤ ਬਾਬਾ ਤੇਜਾ ਸਿੰਘ ਦੇ ਪ੍ਰੇਮੀ ਸਨ, ਗੁਰਮੁਖ ਪਿਆਰੇ। ਤੋ ਇੰਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਧਰਮ ਰਾਜੇ ਕੋ ਤੈਨੂੰ ਕੋਈ ਜਵਾਬ ਦੇ ਨਹੀਂ ਹੋਣਾ, ਉੱਥੇ ਪੇਸ਼ੀ ਹੋਣੀ ਹੈ। ਮੈਂ ਇਹ ਸੁਣਿਆ ਹੈ, ਗੱਲ ਕੋਈ ਮੰਨੀ ਜਾਂ ਨਾ ਮੰਨੇ, ਉਹ ਬਚਨ ਸ਼ਰਧਾ ਵਾਲਾ ਹੈ। ਕਹਿੰਦੇ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਉਹਨਾਂ ਦੀ ਮਾਤਾ ਦੁਬਾਰ ਤੋਂ ਮਰ ਕੇ ਫਿਰ ਜਿਉਂਦੀ ਹੋ ਗਈ। ਬਾਬਾ ਜੀ ਕਹਿਣ ਲੱਗੇ, ਮਾਤਾ ਜੀ ਤੂੰ ਆਪਦੇ ਸਰੀਰ ਦਾ ਮੋਹ ਨਹੀਂ ਛੱਡਦੀ ਤੇ ਤੂੰ ਚੜ੍ਹਾਈ ਕਰ ਗਈ, ਦੁਬਾਰ ਤੋਂ ਫਿਰ ਕਿਵੇਂ ਜਿਉਂਦੀ ਹੋ ਗਈ? ਕਹਿਣ ਲੱਗੀ ਕਿ ਬਾਬਾ ਜੀ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਵੀ ਅੰਮ੍ਰਿਤ ਛਕਣਾ ਜ਼ਰੂਰੀ ਹੈ। ਕਹਿੰਦੇ ਮੈਂ ਤੈਨੂੰ ਕੋਈ ਵੱਖਰਾ ਦੱਸਣਾ ਸੀਗਾ? ਸਾਧ ਸੰਗਤ ਦੀ ਇਹ ਮਰਿਆਦਾ ਹੈ, ਫਤਿਹ ਸਾਰਿਆਂ ਨੂੰ ਬੁਲਾਈ ਦੀ ਹੈ, ਪਿਆਰ ਸਾਰਿਆਂ ਨਾਲ ਕਰੀਦਾ, ਪਰ ਲਾਗੇ ਥਾਲੀ ਦੇ ਵਿੱਚ ਰੋਟੀ ਨਹੀਂ ਖਾਈ ਦੀ ਕਿਸੇ ਦੀ। ਆਪ ਦੀ ਬੇਟੀ ਨਹੀਂ ਕਿਸੇ ਦੇ ਘਰ ਵਿਆਹੀ ਦੀ ਗੁਰਸਿੱਖੀ ਤੋਂ ਬਗੈਰ। ਕੋਨੇ ਮੋਨੇ ਇਹ ਨਹੀਂ ਵੀ ਉਹ ਵੀ ਰੱਬ ਦੇ ਬੰਦੇ ਨੇ। ਨਸ਼ੇ ਪੱਤਿਆਂ ਵਾਲਿਆਂ ਨਾਲ ਈਰਖਾ ਤਾਂ ਨਹੀਂ ਕਰਨੀ, ਲੜਾਈ ਨਹੀਂ ਕਰਨੀ, ਕੋਨਿਆਂ ਮੋਨਿਆਂ ਤੋਂ ਈਰਖਾ ਨਹੀਂ ਕਰਨੀ, ਪਿਆਰ ਨਾਲ ਸਭਨਾਂ ਨਾਲ ਬੋਲਣਾ, ਵਰਤਿਓ ਹਾਂ ਕਰਨਾ, ਪਰ ਰੋਟੀ ਬੇਟੀ ਦੀ ਸਾਂਝ ਗੁਰਸਿੱਖੀ ਅੰਮ੍ਰਿਤਧਾਰੀਆਂ ਨਾਲ ਹੋਣੀ ਚਾਹੀਦੀ, ਨਹੀਂ ਤਾਂ ਫਿਰ ਜ਼ਿੰਦਗੀ ਵਿੱਚ ਪਰੇਸ਼ਾਨੀ ਆਉਂਦੀ ਹੈ। ਤੋ ਇੰਜ ਜਿਹੜਾ ਉਪਦੇਸ਼ ਹੈ ਬਾਈ ਆਰਡਰ ਕਿਸੇ ਨੂੰ ਨਹੀਂ ਕਹੀਦਾ ਵੀ ਅੰਮ੍ਰਿਤ ਛਕ ਤੈਨੂੰ ਛਕਣਾ ਹੀ ਪਊਗਾ, ਆਹ ਕੰਮ ਤੈਨੂੰ ਕਰਨਾ ਹੀ ਪਊਗਾ। ਇਸ ਤਰ੍ਹਾਂ ਫਿਰ ਲੜਾਈ ਹੁੰਦੀ ਹੈ, ਝਗੜਾ ਪੈਂਦਾ। ਸੋ ਪਰਮਾਤਮਾ ਦੀ ਮਰਜ਼ੀ ਹੈ ਕਿ ਉਹ ਕਿਸੇ ਨੂੰ ਸੁਧਾਰ ਦੇਵੇ, ਕਿਸੇ ਦੀ ਕਿਰਪਾ ਨਾ ਵੀ ਕਰੇ, ਉਹਦੀ ਆਪ ਦੀ ਖੁਸ਼ੀ ਹੈ। ਸੰਗਤ ਦੇ ਵਿੱਚ ਸਾਂਝਾ ਉਪਦੇਸ਼ ਦਿੱਤਾ ਜਾਂਦਾ ਹੈ ਅਤੇ ਉਹ ਉਪਦੇਸ਼ ਆਪਣੇ ਵੱਲੋਂ ਨਹੀਂ, ਗੁਰੂ ਜੀ ਦੇ ਨਾਮ 'ਤੇ ਦਿੱਤਾ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਸਾਧ ਸੰਗਤ ਜੀਓ, ਪੀਵੋ ਪਾਹੁਲ ਖੰਡੇ ਤਾਰ, ਹੋਵੇ ਜਨਮ ਸੁਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਕਹਿੰਦੇ ਆਪਾਂ ਸੰਗਤ 'ਚ ਉਪਦੇਸ਼ ਦਿੰਦੇ ਸੀ, ਸੰਗਤ ਨੂੰ ਅੰਮ੍ਰਿਤ ਛਕਾਉਂਦੇ, ਤੂੰ ਵੀ ਛਕ ਲੈਂਦੇ। ਕਹਿੰਦੇ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਵੀ ਇੰਨਾ ਜ਼ਰੂਰੀ ਹੈ? ਉੱਥੇ ਧਰਮ ਰਾਜੇ ਕੋਲ ਪੇਸ਼ ਹੋਣਾ ਪਿਆ ਅਤੇ ਉਹ ਕਹਿਣ ਲੱਗਾ ਵੀ ਹੁਣ ਤੂੰ ਬ੍ਰਹਮ ਗਿਆਨੀ ਦੀ ਮਾਤਾ ਹੈ, ਇੱਥੇ ਤਾਂ ਹੁਣ ਤੇਰਾ ਲੇਖਾ ਜੋਖਾ ਮੈਂ ਕਰ ਨਹੀਂ ਸਕਦਾ। ਧਰਮ ਰਾਜ ਦਰ ਕਾਗਜ਼ ਫਾਰੇ, ਜਾਂ ਨਾਨਕ ਲੇਖਾ ਸਮਝ। ਕਹਿੰਦੇ ਵੀ ਇਹਨੂੰ ਸੱਚਖੰਡ ਲੈ ਜਾਓ। ਸੱਚਖੰਡ ਵਾਲੇ ਅੰਦਰ ਨਹੀਂ ਵਾੜਿਆ, ਇਹਨੇ ਤਾਂ ਅੰਮ੍ਰਿਤ ਨਹੀਂ ਛਕਿਆ, ਪਹਿਲਾਂ ਅੰਮ੍ਰਿਤ ਛਕਾ ਕੇ ਲਿਆਓ। ਇਹੀ ਫੈਸਲਾ ਹੋਇਆ ਅਤੇ ਹੁਣ ਬਾਬਾ ਜੀ ਅੰਮ੍ਰਿਤ ਛਕਾਓ, ਕਿਉਂਕਿ ਜਿਉ ਨਗੁਰਾਂ ਬਹੁ ਬਾਤਾ ਜਾਣੈ, ਉਹ ਹਰ ਦਰਗੇ ਹੈ ਪ੍ਰਸ਼ਟੀ। ਜੇ ਤੁਸੀਂ ਕਹੋ ਵੀ ਗੱਲ ਆਪਣੇ ਆਪ ਆਪਾਂ ਬਣਾਈ ਹੋਈ ਹੈ, ਮਹਾਰਾਜ ਨੇ ਪ੍ਰਤੱਖ ਲਿਖ ਕੇ ਦਿੱਤਾ, ਦੱਸੋ ਝੂਠ ਹੈ ਤਾਂ ਦੱਸੋ। ਗੁਰਬਾਣੀ ਤਾਂ ਸੱਚ ਹੀ ਕਹਿੰਦੀ ਹੈ ਨਾ। ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨਾਉ ਬੁਰਾ। ਗੱਲਾਂ ਜਿੰਨੀਆਂ ਮਰਜ਼ੀ ਸਿੱਖ ਲਓ, ਜਿੰਨੀਆਂ ਮਰਜ਼ੀ ਮਾਰੀ ਜਾਓ, ਮੇਰੇ ਕੋਲ ਸੁਣ ਲਓ। ਉਹ ਵੈਸੇ ਸਾਨੂੰ ਕੋਈ ਗੱਲ ਨਹੀਂ ਆਉਂਦੀ, ਪਰ ਮਹਾਰਾਜ ਦੀ ਹਜ਼ੂਰੀ ਸਪੀਕਰ ਅੱਗੇ ਭਾਵੇਂ ਸਾਰੀ ਦਿਹਾੜੀ ਬੈਠੇ ਰਹੋ, ਲੜੀ ਟੁੱਟਣ ਨਹੀਂ ਦਿਆਂਗੇ, ਤੁਹਾਨੂੰ ਉੱਠਣ ਨਹੀਂ ਦਿਆਂਗੇ। ਇਹ ਮਹਾਂਪੁਰਖਾਂ ਦੀ ਕਿਰਪਾ, ਉਹਨਾਂ ਦਾ ਸਿਰ 'ਤੇ ਹੱਥ ਹੈ। ਅਤੇ ਜੇ ਕੋਈ ਆਉਂਗਾ, ਉਹ ਨਹੀਂ ਕੁਛ ਵੀ ਆਉਂਦਾ। ਚੌਂ ਬੰਦਿਆਂ 'ਚ ਆਪਾਂ ਖੜ ਕੇ ਗੱਲ ਨਹੀਂ ਕਰ ਸਕਦੇ। ਤੋ ਇਸ ਵਾਸਤੇ ਗੱਲਾਂ ਜਿੰਨੀਆਂ ਮਰਜ਼ੀ ਸਾਥੋਂ ਸੁਣ ਲਓ। ਨਿਗੁਰਾ ਬੰਦਾ ਤਾਂ ਉਹ ਚੜ੍ਹ ਕੇ ਬੋਲਦਾ ਹੈ, ਉਹ ਤਾਂ ਵਾਰੇ ਨਹੀਂ ਆਉਣ ਦਿੰਦਾ। ਤੁਹਾਨੂੰ ਮੰਨਣਾ ਪਊਗਾ
ਵੀ ਉਹ ਬੰਦਾ ਸਹੀ ਹੈ, ਆਪਾਂ ਗਲਤ ਹਾਂ। ਉਹ ਕਹੂਗਾ ਅੰਮ੍ਰਿਤਧਾਰੀ ਤਾਂ ਆਹ ਕਰਦੇ ਨੇ, ਅੰਮ੍ਰਿਤਧਾਰੀ ਤਾਂ ਉਹ ਕਰਦੇ ਨੇ, ਕੋਈ ਅੰਮ੍ਰਿਤ ਕੋਈ ਜ਼ਿਆਦਾ ਜ਼ਰੂਰੀ ਹੈ, ਅਸੀਂ ਤਾਂ ਉਸ ਤਰ੍ਹਾਂ ਹੀ ਚੰਗੇ ਹਾਂ ਜੀ, ਅਸੀਂ ਦੂਸਰਿਆਂ ਦੇ ਨਾਲੋਂ ਇਸ ਤਰ੍ਹਾਂ ਪੁੰਨ ਕੀਤਾ, ਅਸੀਂ ਵੱਧ ਪਰਉਪਕਾਰੀ ਹਾਂ ਜੀ, ਅਸੀਂ ਸੇਵਾਦਾਰ। ਬੜੀਆਂ ਗੱਲਾਂ। ਆਪਣੇ ਆਪ ਤਾਂ ਸਭ ਕੋਈ ਚੰਗਾ ਬਣਦਾ ਹੈ, ਪਰ ਆਨੰਦਤਾ ਤਾਂ ਹੈ ਜੇ ਕੋਈ ਸੰਗਤ ਦੇ ਵਿੱਚ ਸਿਰੋਂ ਪਾਉ ਪ੍ਰਾਪਤ ਹੋਵੇ, ਸਾਰੇ ਲੋਕ ਉਸਤਤੀ ਕਰਨ, ਗੁਰੂ ਮਹਾਰਾਜ ਦੀ ਹਜ਼ੂਰੀ 'ਚ ਕਿਰਪਾ ਹੋਵੇ। ਪਹਿਰ ਸਿਰ ਪਾਉ ਸੇਵਕ ਜਨ ਮੇਲੇ, ਜਨ ਨਾਨਕ ਪ੍ਰਗਟ ਪਹਾਰੇ। ਮਹਾਰਾਜ ਕਹਿੰਦੇ ਜਿਉ ਨਗੁਰਾ ਬਹੁ ਬਾਤਾ ਜਾਣੈ। ਸੋ ਲੜਾਕੀ ਜਨਾਨੀ ਉਹ ਪਤ ਵਰਤਾ ਧਰਮ 'ਚ ਪਰਪੱਕ ਇਸਤਰੀ ਨੂੰ ਕਦੀ ਵਾਰੀ ਨਹੀਂ ਆਉਣ ਦੀ, ਉਹਨੂੰ ਬੋਲਣ ਨਹੀਂ ਦਿੰਦੀ ਹੈ। ਤੋ ਇਸ ਤਰੀਕੇ ਦੇ ਨਾਲ ਜਿਹੜੇ ਲੜਾਕੂ ਨਗੁਰੇ ਬੰਦੇ ਨੇ ਉਹਦੇ ਨਾਲ ਕੋਈ ਵਾਰਾ ਸਾਰਾ ਨਹੀਂ ਲੈ ਸਕਦਾ ਗੱਲਾਂ ਦੇ ਵਿੱਚ। ਗੱਲਾਂ ਤਾਂ ਬਹੁਤੀਆਂ ਮਾਰਦੇ ਨੇ, ਪਰ ਉਹ ਹਰ ਦਰਗੇ ਹੈ ਭ੍ਰਸ਼ਟੀ। ਜਿਵੇਂ ਉਹ ਸੋ ਪਤੀ ਦੀ ਦਰਗਾਹ ਦੇ ਵਿੱਚ ਪਤੀ ਦੇ ਦੁਆਰੇ 'ਤੇ ਭ੍ਰਸ਼ਟੀ ਹੋਈ ਹੁੰਦੀ ਹੈ। ਤੋ ਇਸ ਤਰ੍ਹਾਂ ਗੱਲਾਂ ਬਾਤਾਂ ਦੇ ਨਾਲ ਬਿਨਾਂ ਜੀਵਨ ਤੋਂ ਪਤੀ ਦੇ ਘਰ ਸਤਿਕਾਰ ਨਹੀਂ ਮਿਲਦਾ। ਇਸ ਤਰੀਕੇ ਨਾਲ ਜੇ ਕੋਈ ਨਗੁਰਾ ਬੰਦਾ ਬਹੁਤੀਆਂ ਗੱਲਾਂ ਸਿੱਖ ਲਵੇ, ਪਰ ਜੇ ਉਹ ਜੀਵਨ ਨਹੀਂ ਬਣਾਉਂਦਾ, ਗੁਰੂ ਵਾਲਾ ਨਹੀਂ ਬਣਦਾ, ਅੰਮ੍ਰਿਤ ਨਹੀਂ ਛਕਦਾ, ਤਾਂ ਰੱਬ ਦੀ ਹਰੀ ਦੀ ਦਰਗਾਹ ਧਰਮਰਾਜੀ ਦੀ ਕਚਹਿਰੀ ਵਿੱਚੋਂ ਉਹ ਭ੍ਰਸ਼ਟਿਆ ਜਾਵੇਗਾ। ਇਸ ਲਈ ਅੰਮ੍ਰਿਤ ਛਕਣਾ ਅਤੀ ਜ਼ਰੂਰੀ ਹੈ। ਉਹ ਮਾਤਾ ਜੀ ਨੇ ਕਹਿੰਦੇ ਅੰਮ੍ਰਿਤ ਛਕਿਆ, ਫਿਰ ਸਵਾਸ ਤੇ ਆ ਗਏ ਸੀਗੇ ਅਤੇ ਉਹਨਾਂ ਦੀ ਮੁਕਤੀ ਹੋਈ। ਇਉਂ ਜਦੋਂ ਦਾ ਕਲਗੀਧਰ ਨੇ ਅੰਮ੍ਰਿਤ ਛਕਾਇਆ ਹੈ, ਉਦੋਂ ਦਾ ਅੰਮ੍ਰਿਤ ਛਕਣਾ ਲਾਜ਼ਮੀ ਹੈ। ਜਦੋਂ ਦਾ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਉਚਾਰਿਆ ਹੈ, ਉਦੋਂ ਦਾ ਜਪਜੀ ਸਾਹਿਬ ਪੜ੍ਹਨਾ ਜ਼ਰੂਰੀ ਬਣ ਗਿਆ ਹੈ। ਅਤੇ ਕਹਿੰਦੇ ਵੀ ਜਿਹਦੇ ਜਪਜੀ ਸਾਹਿਬ ਯਾਦ ਨਾ ਹੋਵੇ ਜਾਂ ਨਿਤਨੇਮ ਨਾ ਹੋਵੇ, ਉਹਨੂੰ ਸੱਚਖੰਡ 'ਚ ਐਂਟਰੀ ਨਹੀਂ ਮਿਲਦੀ। ਜਿਸ ਤਰ੍ਹਾਂ ਆਇਡੈਂਟੀ ਕਾਰਡ ਹੁੰਦਾ ਹੈ, ਅਤੇ ਉਹ ਆਇਡੈਂਟੀਫਿਕੇਸ਼ਨ ਪ੍ਰੂਫ ਹੈ ਵੀ ਜਪਜੀ ਸਾਹਿਬ ਯਾਦ ਹੋਣਾ ਚਾਹੀਦਾ। ਭਾਵੇਂ ਕੋਈ ਅਨਪੜ੍ਹ ਵੀ ਹੈ, ਉਹ ਇਕੱਲੀ ਇਕੱਲੀ ਪੰਕਤੀ ਕਰਕੇ ਪੜ੍ਹ ਸਕਦਾ, ਯਾਦ ਕਰ ਸਕਦਾ। ਜਦੋਂ ਦਾ ਗੁਰੂ ਨਾਨਕ ਸਾਹਿਬ ਜੀ ਨੇ ਸੋਧਰ ਉਚਾਰਿਆ, ਉਦੋਂ ਦਾ ਸੱਚਖੰਡ 'ਚ ਵੀ ਕਹਿੰਦੇ ਸੋਧਰ ਰਹਿ ਰਸ ਦਾ ਪਾਠ ਹੋਣ ਲੱਗ ਪਿਆ। ਜਿਹੜਾ ਰਹਿ ਰਸ ਦਾ ਪਾਠ ਨਹੀਂ ਕਰਦਾ, ਉਹਨੂੰ ਸੱਚਖੰਡ ਵਿੱਚੋਂ ਓਨੇ ਸਮੇਂ ਲਈ ਬਾਹਰ ਨਿਕਲਣਾ ਪੈਂਦਾ। ਇਹ ਗੁਰ ਇਤਿਹਾਸ ਦੇ ਵਿੱਚ ਭਾਈ ਬਾਲੀ ਦੀ ਜਨਮ ਸਾਖੀ ਵਿੱਚ ਜ਼ਿਕਰ ਆਇਆ ਹੈ। ਇਉਂ ਬਾਣੀ ਪੜ੍ਹਨੀ ਵੀ ਲਾਜ਼ਮੀ ਹੈ, ਕਥਾ ਕੀਰਤਨ ਕਰਨਾ ਸੁਣਨਾ ਵੀ ਜ਼ਰੂਰੀ ਹੈ, ਨਾਮ ਤਾਂ ਜਪਣਾ ਹੈ ਹੀ ਹੈ। ਸਾਰੀ ਦਿਹਾੜੀ ਕੀ ਕਰਨਾ? ਸੰਗਤ ਤਾਂ ਸਵੇਰ ਸ਼ਾਮ ਹੁੰਦੀ ਹੈ, ਸਾਰੀ ਦਿਹਾੜੀ ਵਾਹਿਗੁਰੂ ਕਰੀ ਜਾਏ। ਕਈ ਜਿੱਦਦੇ ਨੇ ਵੀ ਬਾਣੀ ਦਾ ਨਿਤਨੇਮ, ਤਾਂ ਕਹਿੰਦਾ ਜੀ ਨਾਮ ਜਪੋ। ਨਾਮ ਜਪੀ ਜਾਓ, ਜਮ ਜਮ ਜਪੋ, ਜਿੰਨਾ ਮਰਜ਼ੀ ਜਪੋ। ਬਾਣੀਆਂ ਤਾਂ 5 ਹੀ ਨੇ ਗਿਣਤੀ ਦੀਆਂ, ਦੱਸੋ ਅੱਧਾ ਘੰਟਾ ਨਹੀਂ ਤਾਂ ਘੰਟਾ ਲੱਗ ਜਾਊਗਾ। 24 ਘੰਟਿਆਂ 'ਚ 1 ਘੰਟਾ ਨਿਤਨੇਮ ਕੋਈ ਜ਼ਿਆਦਾ ਤਾਂ ਨਹੀਂ ਹੈ। ਜਪੀ ਜਾਓ, ਨਾਮ ਜ਼ਰੂਰੀ ਜਪੋ, ਅਤੇ ਪਰ ਬਾਣੀ ਵੀ ਤਾਂ ਜ਼ਰੂਰੀ ਹੈ, ਕਿਉਂਕਿ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਬਣਾਇਆ ਹੈ। ਅਸੀਂ ਆਪ ਪੜ੍ਹਾਂਗੇ, ਬੱਚਿਆਂ ਨੂੰ ਪੜ੍ਹਾਵਾਂਗੇ, ਤਾਂ ਹੀ ਜ਼ਿੰਦਗੀ ਸਫਲੀ ਹੈ। ਅਤੇ ਇਸ ਲਈ ਗੁਰਬਾਣੀ ਗਾਵੇ ਭਾਈ, ਉਹ ਸਫਲ ਸਦਾ ਸੁਖਦਾਈ। ਜ਼ਿੰਦਗੀ ਦੀ ਸਫਲਤਾ ਗੁਰਬਾਣੀ ਗਾਉਣ ਨਾਲ, ਪੜ੍ਹਨ ਨਾਲ, ਸਿੱਖਣ ਸਿਖਾਉਣ ਨਾਲ, ਭਜਨ ਬੰਦਗੀ ਨਾਲ ਹੁੰਦੀ ਹੈ। ਨਹੀਂ ਤਾਂ ਜਦ ਧਰਮ ਰਾਜਾ ਪੁੱਛੇਗਾ ਤਾਂ ਸਾਨੂੰ ਕੋਈ ਵੀ ਜਵਾਬ ਨਹੀਂ ਜੀ ਆਉਣਾ। ਲੈਨੋ ਨਾਮ ਅੰਮ੍ਰਿਤ ਰਸ ਨੀਕੋ। ਧਰਮ ਰਾਜਾ ਅੰਮ੍ਰਿਤਧਾਰੀਆਂ ਨੂੰ ਵੀ ਪੁੱਛੂਗਾ, ਸਾਨੂੰ ਵੀ ਪੁੱਛੂਗਾ, ਕਿਉਂਕਿ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕੀਰਤਨ ਸੋਹਲੇ 'ਚ ਲਿਖਿਆ ਹੈ ਕਿ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ। ਅੰਮ੍ਰਿਤ ਛਕਿਆ ਕੀ ਆਖੂਗਾ? ਨਿਤਨੇਮ ਤਾਂ ਕੀਤਾ ਨਹੀਂ, ਨਾ ਮੂਲ ਮੰਤਰ ਦਾ ਪਾਠ, ਨਾ ਗੁਰ ਮੰਤਰ, ਨਾ ਝੂਠ ਛੱਡਿਆ, ਸੱਚ ਕਦੀ ਬੋਲੇ ਨਹੀਂ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਤੇ ਲੋਭ ਨਾ ਛੁਟਿਓ ਦੇਵਾ। ਪਰ ਨਿੰਦਾ ਮੁਖ ਤੇ ਨਹੀਂ ਛੁਟੀ, ਨਿਫਲ ਪਈ ਸਭ ਸੇਵਾ। ਮਤਲਬ ਗੁਣ ਤਾਂ ਧਾਰੇ ਨਹੀਂ ਹਨ। ਕੜਾ ਪਾਇਆ ਹੈ, ਇਹਦਾ ਮਤਲਬ ਹੈ ਚੋਰੀ ਚਾਰੀ ਤੋਂ ਰਹਿਤ ਹੋਣਾ। ਕਸ਼ਹਿਰੇ ਦਾ ਮਤਲਬ ਹੈ ਜਤੀ ਸਤੀ ਹੋਣਾ। ਕੇਸਾਂ ਦਾ ਮਤਲਬ ਹੈ ਪਾਣੀ 'ਚ ਰਹਿਣਾ। ਜਿਹੜਾ ਅੰਮ੍ਰਿਤ ਅੰਦਰ ਗਿਆ, ਉਹਦਾ ਮਤਲਬ ਹੈ ਨਾਮ ਅੰਮ੍ਰਿਤ ਵੀ ਛਕੋ।
ਕਿਰਪਾਨ ਦਾ ਮਤਲਬ ਹੈ ਦਇਆ ਕਰਨੀ, ਇੱਜ਼ਤ ਬਰਕਰਾਰ ਰੱਖਣੀ। ਇਸ ਤਰ੍ਹਾਂ ਸੋ ਅੰਮ੍ਰਿਤ ਵਾਲੇ ਗੁਣ ਜੇ ਧਾਰੇ ਨਹੀਂ, ਉਹ ਪੁੱਛੂਗਾ ਵੀ ਤੈਨੂੰ ਸੁੰਦਰ ਨਾਮ ਅੰਮ੍ਰਿਤ ਦਾ ਰਸ ਲੈਣਾ ਚਾਹੀਦਾ ਸੀਗਾ, ਵੱਡਾ ਤੂੰ ਖਾਲਸਾ ਬਣਿਆ ਫਿਰਦਾ। ਨਿਰੇ ਜਕਾਰੇ ਛੱਡਣ ਦੇ ਨਾਲ ਤਾਂ ਨਹੀਂ ਖਾਲਸਾ ਹੋ ਸਕਦਾ। ਖਾਲਸੇ ਦੀ ਡੈਫੀਨੇਸ਼ਨ ਅਕਾਲ ਉਸਤਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੈ, ਆਤਮ ਰਸ ਜਿਹੇ ਜਾਣਹੀ ਸੋ ਹੈ ਖਾਲਸ ਦੇਵ। ਜਿਹੜਾ ਆਪਦੀ ਆਤਮਾ ਦਾ ਰਸ ਜਾਣਦਾ ਉਹ ਖਾਲਸਾ ਪ੍ਰਕਾਸ਼ ਰੂਪ ਵਾਹਿਗੁਰੂ ਦਾ ਰੂਪ ਹੈ। ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ। ਪਰਮਾਤਮਾ 'ਚ ਮੇਰੇ 'ਚ ਅਤੇ ਉਹਦੇ ਵਿੱਚ ਕੋਈ ਕਹਿੰਦੇ ਭੇਦ ਨਹੀਂ ਹੈ। ਸੋ ਲੈਨੋ ਨਾਮ, ਤੂੰ ਲੈਣਾ ਤਾਂ ਸੀ ਨਾਮ, ਕਰਦਾ ਰਿਹਾ ਨਿੰਦਿਆ ਚੁਗਲੀਆਂ। ਅੰਮ੍ਰਿਤ ਰਸ ਨਹੀਂ ਕੋ, ਤੈਨੂੰ ਅੰਮ੍ਰਿਤ ਦਾ ਰਸ ਲੈਣਾ ਚਾਹੀਦਾ ਸੀਗਾ ਅਤੇ ਪਰ ਤੂੰ ਹੋਰ ਹੀ ਰਸਾਂ ਗਸਾਂ ਦੇ ਵਿੱਚ ਤੁਰਿਆ ਫਿਰਦਾ ਰਿਹਾ। ਇਹ ਕਮਲਿਆ ਬਾਬਰ ਬਿਖ ਸਿਉ ਗਹਿ ਰਹਾ। ਇਹ ਕਮਲੇ ਜੀਵ, ਤੂੰ ਸ਼ਬਦ ਸਪਰਸ਼ ਰੂਪ ਰਸ ਆਦਿਕ ਵਿਸ਼ਿਆਂ ਨੂੰ ਗ੍ਰਹਿਣ ਕਰ ਰਿਹਾ ਹੈ, ਇਹਨਾਂ ਦੇ ਵਿੱਚ ਤੁਰਿਆ ਫਿਰਦਾ ਰਿਹਾ। ਤੂੰ ਆਪਣੇ ਆਪ ਨੂੰ ਵਿਸ਼ਿਆਂ ਦੇ ਨਾਲ ਪਕੜ ਰਿਹਾ, ਭਾਵ ਤੂੰ ਵਿਸ਼ਿਆਂ ਦਾ ਪਕੜ ਕੇ ਰੱਖਿਆ ਹੋਇਆ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਦੁਰਲਭ ਜਨਮ ਚਰੰਕਾਲ ਪਾਇਓ। ਬੜੀ ਕਠਿਨਾਈ ਨਾਲ ਮਿਲਣ ਵਾਲੇ ਮਨੁੱਖਾ ਜਨਮ ਨੂੰ ਬਹੁਤ ਸਮੇਂ ਤੋਂ ਬਾਅਦ ਪਾਉਣਾ ਕੀਤਾ ਹੈ। ਜਾਂ ਤੋ ਕੌਡੀ ਬਦਲ ਲਹਾ। ਜੋ ਤੇਰਾ ਮਾਇਆ ਰੂਪੀ ਕੌਡੀ ਦੇ ਬਦਲੇ ਨਿਸਫਲ ਜਾ ਰਿਹਾ ਹੈ। ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੇ ਹਾਰਿਓ ਰੇ। ਮਾਇਆ ਦੀਆਂ ਕੌਡੀਆਂ ਬਦਲੇ ਇਹਨੂੰ ਤੂੰ ਹਾਰਿਆ ਹੈ। ਕਾਥੋਰੀ ਕੋ ਗਾਹਕ ਆਇਓ। ਤੁਸੀਂ ਦੱਸੋ ਵੀ ਗੁਰਦੁਆਰੇ ਕਾਹਦੇ ਲਈ ਆਏ ਸੀ ਆਪਾਂ? ਚੇਤਾ ਹੀ ਭੁੱਲ ਗਿਆ, ਹੋਰ ਹੀ ਧਿਆਨ ਖਿੰਡ ਗਿਆ ਇੱਧਰ ਉੱਧਰ। ਜਿੱਦਣ ਅੰਮ੍ਰਿਤ ਛਕਿਆ ਸੀਗਾ ਉਦਣ ਤਾਂ ਇਉਂ ਜਾਪਦਾ ਸੀ ਵੀ ਇਹ ਵਾਹਿਗੁਰੂ ਨਾਮ ਟੁੱਟਣਾ ਹੀ ਨਹੀਂ, ਆਪਾਂ ਬ੍ਰਹਮ ਗਿਆਨੀ ਬਣ ਜਾਣਾ। ਹੁਣ ਕਦੀ ਭੁਲੇਖੇ ਨਾਲ ਵੀ ਚੇਤੇ ਨਹੀਂ ਆਉਂਦਾ, ਸੁੱਤੇ ਪਿਆ ਵੀ ਨਹੀਂ ਕਦੀ ਚੇਤਾ ਆਉਂਦਾ। ਇੰਨਾ ਮਨ ਨਾਸਤਿਕ ਹੋ ਗਿਆ ਹੈ। ਜਿਵੇਂ ਕੋਈ ਪੁਰਖ ਗਾਹਕ ਤਾਂ ਕਸਤੂਰੀ ਦਾ ਬਣ ਕੇ ਆਇਆ ਹੋਵੇ ਬਾਜ਼ਾਰ ਦੇ ਵਿੱਚ, ਮਤਲਬ ਕਸਤੂਰੀ ਨੂੰ ਖਰੀਦਣ ਵਾਸਤੇ ਘਰੋਂ ਤੁਰ ਕੇ ਆਇਆ ਹੋਵੇ, ਅਤੇ ਪਰ ਮਹਾਰਾਜ ਕਹਿੰਦੇ ਨੇ ਲਾਦਿਓ ਕਲਰ ਬਿਰਖ ਜਿਵਹਾ। ਉਹ ਜਿਵਾਂ ਦੇ ਦਰਖਤ ਬੂਟੇ ਤੇ ਕਲਰ ਲੱਦ ਕੇ ਲੈ ਜਾਏ ਤਾਂ ਉਹਨੂੰ ਮੂਰਖ ਆਖੀਦਾ ਹੈ। ਜਿਹੜਾ ਜਵਾਂ ਤੇ ਕਲਰ ਹੈ ਅਤੇ ਹੋਰ ਜਿਹੜਾ ਘਾਹ ਫੂਸ ਹੈ ਉਹਦੇ ਨਾਲ ਭਾਵੇਂ ਟਰਾਲੀ ਦੀ ਟਰਾਲੀ ਭਰ ਲਓ, ਜਿੰਨੀ ਮਰਜ਼ੀ ਖਰੀਦ ਲਓ, ਘਾਹ ਫੂਸ ਦਾ ਕੀ ਆ। ਪਰ ਜਿਹੜੀ ਕਸਤੂਰੀ ਆ ਉਹ ਤਾਂ ਥੋੜ੍ਹੀ ਕੁ ਜਿਹੀ ਮਿਲੂਗੀ। ਜੇ ਬੰਦਾ ਸੋਚੇ, ਕਮਲਾ ਬੰਦਾ, ਵੀ ਇੰਨਾ ਪੈਸਾ ਮੈਂ ਲਾਉਣਾ ਅਤੇ ਮੈਨੂੰ ਥੋੜ੍ਹੀ ਜਿਹੀ ਚੀਜ਼ ਮਿਲਣੀ ਹੈ, ਕਿਉਂ ਨਾ ਮੈਂ ਆਪਦਾ ਗੱਡਾ ਭਰ ਲਵਾਂ। ਉਹ ਗੱਡੇ ਦਾ ਕੀ ਫਾਇਦਾ ਹੈ, ਤਾਂ ਸਾਰਾ ਵੇਸਟੇਜ ਹੀ ਹੈ, ਕੂੜਾ ਕਰਕਟ ਹੈ। ਜਿਵੇਂ ਕੋਈ ਬੰਦਾ ਬਾਹਰ ਗਿਆ ਹੋਵੇ, ਮੇਰੇ ਵਰਗਾ, ਉਹ ਬਾਹਰਲੇ ਦੇਸ਼ੋਂ 32 ਕਿਲੋ ਇੱਕ ਟੈਚੀ 'ਚ ਭਾਰ ਆਉਂਦਾ, ਏਅਰ ਬੱਸਾਂ ਦੇ ਵਿੱਚ ਤਾਂ ਆਉਂਦਾ ਹੀ 26 ਕਿਲੋ ਹੈ। ਵੱਡੇ ਵੱਡੇ ਜੈੱਟ ਜਹਾਜ਼ 64 ਕਿਲੋ ਚੁੱਕਦੇ ਨੇ ਅਤੇ ਉੱਥੋਂ ਭਰ ਕੇ ਤੂੜੀ ਭੇਜ ਦੇਵੇ। ਵੇਖਣ ਵਾਲਾ ਕੋਈ ਚੰਗਾ ਮੂਰਖ ਬੰਦਾ, ਨਾਲੇ ਭਾਰ ਚੁੱਕਿਆ ਵੀ ਕਿੱਡੀ ਦੂਰੋਂ ਭੇਜਿਆ ਅਤੇ ਭੇਜਿਆ ਕੀ ਦੱਸੋ। ਤੋ ਇਸ ਤਰੀਕੇ ਦੇ ਨਾਲ ਇਹ ਸਵਾਸਾਂ ਰੂਪੀ ਪੂੰਜੀ ਪਰਮਾਤਮਾ ਦੇ ਘਰੋਂ ਲੈ ਕੇ ਆਇਆ ਸੀਗਾ। ਸੰਸਾਰ ਦੇ ਬਾਜ਼ਾਰ ਦੇ ਵਿੱਚ ਕਸਤੂਰੀ ਖਰੀਦਣੀ ਸੀ ਵਾਹਿਗੁਰੂ ਦੇ ਭਗਤੀ ਦੀ। ਇਹ ਸੁਗੰਧੀ ਸੰਗਤ ਦੇ ਵਿੱਚ ਗਾਹਕ ਬਣ ਕੇ ਆਇਆ ਅਤੇ ਨਾਮ ਦਾ ਸੌਦਾ ਖਰੀਦਣਾ ਸੀਗਾ, ਨਾਮ ਦੀ ਸੁਗੰਧੀ ਲੈਣੀ ਸੀਗੀ। ਵਿਸ਼ੇ ਰੂਪੀ ਅਤੇ ਹੰਕਾਰ ਰੂਪੀ ਜਵਾਨ ਦੇ ਬੂਟੇ, ਪਾਪਾਂ ਰੂਪੀ ਨਸ਼ਰਦਕ ਪੁਣਾ, ਸਕਾਮ ਕਰਮਾਂ ਰੂਪੀ ਕਲਰ ਨੂੰ ਆਪਣੇ ਅੰਤःਕਰਨ ਰੂਪੀ ਗੱਡੇ 'ਤੇ ਲੱਦ ਕੇ ਕੂੜ ਕਬਾੜੀ ਉਠਾ ਕੇ ਪਰਲੋਕ ਨੂੰ ਚੱਲ ਪਿਆ। ਨਿੰਦ ਪੋਟ ਸਰਾਏ, ਕਿਸੇ ਨੂੰ ਸਿਰ 'ਤੇ ਪੱਥਰ ਰੱਖ ਕੇ ਅਤੇ ਪਿੱਠ ਦੇ ਉੱਪਰ ਬੰਨ੍ਹ ਕੇ ਉਹਨੂੰ ਧੱਕਾ ਦੇ ਦਿਓ ਸਮੁੰਦਰ 'ਚ। ਤਰਨਾ ਤਾਂ ਮੇਰੇ ਵਰਗਾ ਪਹਿਲਾਂ ਹੀ ਨਹੀਂ ਜਾਣਦਾ, ਉਹ ਡੁੱਬੂਗਾ ਹੀ, ਹੋਰ ਕੀ ਕਰੂਗਾ। ਇਉਂ ਤਰ ਤਾਂ ਪਹਿਲਾਂ ਹੀ ਨਹੀਂ ਆਪਾਂ ਸਕਦੇ, ਅਤੇ ਨਿੰਦਿਆ ਦੀ ਭਾਰੀ ਪੰਡ ਚੁੱਕੀ ਹੋਈ ਹੈ।
ਤੈਨੂੰ ਕੀ ਗਵਾਂਢੀ ਜੋ ਮਰਜ਼ੀ ਕਰਨ, ਤੂੰ ਆਪ ਦਾ ਸੋਚ। ਫਲਾਣਾ ਆਹ ਕਰਦਾ, ਫਲਾਣਾ ਬੰਦਾ ਪੁੱਛੇ ਤੂੰ ਕੀ ਕਰਦਾ, ਤੂੰ ਦੱਸ ਵੀ ਤੂੰ ਅੱਜ ਤੱਕ ਕੀ ਕੀਤਾ। ਆਪ ਤਾਂ ਕੱਖ ਕਰਨਾ ਨਹੀਂ, ਨਾ ਸੇਵਾ ਕਰਨੀ ਨਾ ਸਿਮਰਨ ਕਰਨਾ, ਦੂਜਿਆਂ ਨੂੰ ਵੇਖੀ ਜਾਣਾ, ਬੋਲੀ ਜਾਣਾ। ਤੋ ਇਸ ਤਰ੍ਹਾਂ ਘਰੋਂ ਦਾ ਆਏ ਸੀ ਨਾਮ ਜਪਣ ਲਈ, ਭਗਤੀ ਦੀ ਸੁਗੰਧੀ ਲੈਣ ਲਈ, ਤੇ ਲੋਕਾਂ ਦੀ ਔਗਣ ਤੇ ਨਿੰਦਿਆ ਦੀ ਪਾਂਡੀ ਚੁੱਕੀ ਫਿਰਦੇ ਰਹੇ। ਇਹੀ ਲੈ ਕੇ ਪਰ ਲੋਕ ਨੂੰ ਚੱਲਣਾ ਪਿਆ। ਝੂਠ ਫਰੇਬ ਛਲ ਆਦਿਕ ਆਇਓ ਲਾਭ ਲਾਭਨ ਕੈ ਤਾਈ। ਇਹ ਜੀਵ ਤੂੰ ਇੱਥੇ ਸੰਸਾਰ ਦੇ ਵਿੱਚ ਜਾਂ ਗੁਰਦੁਆਰਾ ਸਾਹਿਬ ਪਰਮਾਰਥ ਦਾ ਲਾਭ ਨਫਾ ਲੱਭਣ ਦੇ ਵਾਸਤੇ ਆਇਆ ਸੀਗਾ। ਮੋਹਨ ਠਗੌਰੀ ਸੋ ਉਲਝ ਪਹ। ਪਰ ਮੈਂ ਹੈਰਾਨ ਹਾਂ ਤੇਰੇ ਤੇ, ਤੂੰ ਮਨ ਨੂੰ ਮੋਹਿਤ ਕਰਨ ਵਾਲੀ ਮਾਇਆ ਰੂਪੀ ਠੱਗ ਬੂਟੀ ਦੇ ਨਾਲ ਹੀ ਉਲਝ ਪਿਆ, ਫਸ ਪਿਆ ਹੈ। ਕਾਂਚ ਬਾਦਰ ਲਾਲ ਖੋਈ ਹੈ। ਜਿਵੇਂ ਕੋਈ ਪੁਰਖ ਕੱਚ ਦੇ ਬਦਲੇ ਆਪਣਾ ਕੀਮਤੀ ਲਾਲ ਗਵਾ ਦਿੰਦਾ ਹੈ। ਜਿਵੇਂ ਅੱਜ ਕੱਲ੍ਹ ਨਵਾਂ ਹੀ ਸਟੈਂਡ ਚੱਲਿਆ, ਤੁਹਾਡੇ ਪੈਸੇ ਡਿੱਗ ਪਏ ਨੇ, ਉਹ ਬੰਦਾ ਕਾਰ ਦੀ ਬਾਰੀ ਖੋਲ੍ਹ ਕੇ ਪਿਛਾਂਹ ਨੂੰ ਵਹਿੰਦਾ ਅਤੇ ਸੀਟ ਦੇ ਪਿਆ ਕੰਪਿਊਟਰ ਚੋਂ ਕੇ ਅਗਲੇ ਹਰਨ ਹੁੰਦੇ ਨੇ। ਤੋ ਇਸ ਤਰੀਕੇ ਦੇ ਨਾਲ ਜੇ ਤੂੰ ਵਿਸ਼ਿਆਂ ਰੂਪੀ ਕੱਚ ਦੇ ਬਦਲੇ ਪ੍ਰਭੂ ਰੂਪੀ ਲਾਲ ਨੂੰ ਗਵਾ ਦਿੱਤਾ, ਕੌਣ ਸਿਆਣਾ ਤੈਨੂੰ ਆਖੇਗਾ। ਜਾਂ ਤੂੰ ਕੱਚੇ ਵਿਸ਼ਿਆਂ ਦੇ ਬਦਲੇ ਸਵਾਸਾਂ ਰੂਪੀ ਮਨੁੱਖਾ ਦੇਹ ਰੂਪੀ ਲਾਲ ਜਾਂ ਪਰਮੇਸ਼ਰ ਦਾ ਪ੍ਰੇਮ ਨਾਮ ਰੂਪੀ ਲਾਲ ਗਵਾ ਬੈਠਾ ਹੈ। ਫਿਰੇ ਹੋਇਆ ਅਵਸਰ ਕਦ ਲਾਹਾ। ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਪੀਤਰ ਤੂੰ ਦੇਖ ਵਿਚਾਰ। ਇਹੀ ਮੌਕਾ ਸੀਗਾ ਗੋਲਡਨ ਜੁਬਲੀ, ਸੁਨਹਿਰੀ ਮੌਕਾ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੰਬਾਰ। ਜਿਉ ਮਨ ਫਲ ਪਾ ਕੇ ਭੋਈ ਗਿਰੈ, ਬੌਰ ਨਾ ਲਾਗੇ ਡਾਰ। ਇਹ ਮਨੁੱਖਾ ਜਨਮ ਦਾ ਵੇਲਾ ਤੈਨੂੰ ਕਦੋਂ ਪ੍ਰਾਪਤ ਹੋਵੇਗਾ, ਫਿਰ ਨਹੀਂ ਉਹ ਤੈਨੂੰ ਮਿਲਣਾ। ਸੰਗਲ ਪਰਾਂ ਦੇ ਇੱਕ ਗੁਣ ਨਾਹੀ। ਇਹ ਜੀਵ ਤੂੰ ਬਹੁਤ ਸਾਰੇ ਗੁਨਾਹ ਕਰਨ ਵਾਲਾ ਹੈ, ਤੇਰੇ ਵਿੱਚ ਇੱਕ ਵੀ ਸ਼ੁਭ ਗੁਣ ਨਹੀਂ ਹੈ। ਜਿਉਂ ਆਪਾਂ ਜੰਮੇ ਤੇ ਅੱਜ ਤੱਕ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਈਏ, ਸ਼ਰਮ ਆਉਂਦੀ ਆਪਣੇ ਆਪ ਤੋਂ। ਇੰਨੇ ਔਗਣ ਆਪਾਂ ਨੇ ਕੀਤੇ ਨੇ ਜ਼ਿੰਦਗੀ ਦੇ ਵਿੱਚ ਜਿਹੜੇ ਸਾਨੂੰ ਯਾਦ ਨੇ। ਇਸ ਵਾਸਤੇ ਜੇ ਪਤਾ ਲੱਗ ਜਾਏ ਤਾਂ ਦੁਨੀਆ 'ਚ ਸਮਾਈ ਕਰਨੀ ਔਖੀ ਹੈ। ਇੱਕ ਵੀ ਤੇਰੇ 'ਚ ਸ਼ੁਭ ਗੁਣ ਨਹੀਂ ਹੈ, ਸਭ ਅਵਗੁਣ ਮੈਂ, ਗੁਣ ਨਹੀਂ ਕੋਈ। ਕਿਉਂ ਕਰ ਕੰਤ ਮਿਲਾਵਾ ਹੋਈ, ਨਾ ਮੈਂ ਰੂਪ ਨਾ ਬੰਕੇ ਨੈਣਾ, ਨਾ ਕੁਲ ਢੰਗ ਨਾ ਮੀਠੇ ਬਹਿਣਾ। ਠਾਕਰ ਛੋਟਾ ਹੈ ਦਾਸ ਭਜਹਾ। ਸਭ ਤੋਂ ਵੱਡਾ ਔਗਣ ਤਾਂ ਇਹ ਹੈ ਵੀ ਖਾਈ ਦੀਆਂ ਨੇ ਗੁਰਦੁਆਰੇ ਦੀਆਂ ਰੋਟੀਆਂ, ਲੰਗਰ ਤਾਂ ਸਾਹਿਬਜ਼ਾਦਿਆਂ ਦਾ ਛਕੀ ਦਾ। ਅਤੇ ਜੈ ਮਾਤਾ ਦੀ, ਜੈ ਮਾਤਾ ਦੀ, ਪਹਾੜਾਂ ਵਾਲੀ ਮਾਤਾ ਦੀ ਜੈ ਆਖੀ ਦੀ। ਖਾਣ ਨੂੰ ਰਹਿਣ ਬਹਿਣ ਨੂੰ ਤਾਂ ਸ਼ਹੀਦ ਦਿੰਦੇ ਨੇ, ਜਿਨ੍ਹਾਂ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ ਹੈ। ਅਤੇ ਮੱਥੇ ਕਿਤੇ ਹੋਰ ਹੀ ਜਾ ਕੇ ਟੇਕਣੇ ਨੇ, ਟੱਲ ਕਿਤੇ ਹੋਰ ਹੀ ਖੜਕਾਉਣੇ ਨੇ। ਵੇਖੋ ਸੀਸ ਤਾਂ ਗੁਰੂ ਤੇਗ ਬਹਾਦਰ ਨੇ ਦਿੱਤਾ, ਅਤੇ ਵੇਖੋ ਹਿੰਦੁਸਤਾਨ ਨੂੰ ਬਚਾਇਆ। ਅਤੇ ਜਿਨ੍ਹਾਂ ਦਾ ਘੜਿਆਲ ਖੜਕਾਉਂਦੇ ਉਹਨਾਂ ਦੇ ਚਿੱਠੀ ਲਿਖ ਕੇ ਭੇਜੀ ਸੀ ਵੀ ਸਾਥੀਓ ਸਮਰੱਥਾ ਨਹੀਂ ਹੈ ਔਰੰਗਜ਼ੇਬ ਦੇ ਅੱਗੇ ਅੜਨ ਦੀ, ਤੁਸੀਂ ਗੁਰਦੁਆਰੇ ਚਲੇ ਜਾਓ। ਤੋ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਠਾਕੁਰ ਮਾਲਕ ਹੈ ਉਹਨੂੰ ਤਾਂ ਛੱਡ ਦਿੱਤਾ ਹੈ। ਹਰ ਵਕਤ ਜਿਹੜੀ ਦਾਸੀ ਮਾਇਆ ਹੈ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਇਓ, ਨੌਕਰਾਣੀ ਦੇ ਪੈਰ ਕੁੱਟੀ ਜਾਂਦਾ। ਸੋ ਮਾਇਆ ਦਾ ਹੀ ਭਜਨ ਕਰਦਾ ਰਹਿੰਦਾ ਹੈ। ਸੋ ਮਾਇਆ ਮਾਇਆ ਕਰਮ ਹੋਏ, ਮਾਇਆ ਕਿਸੇ ਨਾ ਸਾਥ। ਹੰਸ ਚਲੇ ਉਠ ਡੁੰਬਣੋ, ਮਾਇਆ ਭੁੱਲੀ ਆਤ। ਹਾਏ ਮਾਇਆ ਹਾਏ ਮਾਇਆ। ਅੱਜ ਹੁਕਮਨਾਮਾ ਵੀ ਇਸੇ ਦਾ ਹੀ ਆਇਆ। ਕਾਚਾ ਧਨ ਸੰਚੈ ਹੈ, ਮੂਰਖ ਗਾਵਾਰ। ਜਿਹੜੇ ਮੂਰਖ ਦੇ ਬੇਸਮਝ ਨੇ ਉਹ ਕੱਚਾ ਧਨ ਇਕੱਤਰ ਕਰਦੇ ਨੇ। ਇਸ ਲਈ ਸੋ ਇਹ ਤੂੰ ਠਾਕੁਰ ਛੋੜ, ਮਾਲਕ ਨੂੰ ਛੱਡਿਆ, ਦਾਸ ਭਜ ਹੈ। ਦਾਸੀ ਦਾ ਭਜਨ ਕਰਦਾ ਜਾਂ ਦੇਵੀ ਦੇਵਤਿਆਂ ਦੀ ਉਪਾਸਨਾ ਕਰਦਾ ਜਾਂ ਕਾਮ ਆਦਿਕ ਵਿਕਾਰਾਂ ਦਾ ਸੇਵਨ ਕਰਦਾ ਰਹਿੰਦਾ ਹੈ। ਆਈ
ਮਸਟ ਜੜਵਤ ਕੀ ਨਿਆਈ। ਇਹ ਜੀਵ ਜਦ ਮੂਰਛਾ ਰੂਪ ਚੁੱਪ ਆ ਗਈ ਜਾਂ ਮੌਤ ਰੂਪੀ ਚੁੱਪ ਆ ਗਈ, ਫਿਰ ਤੂੰ ਜੜਤਾ ਵਾਲੇ ਪਦਾਰਥਾਂ ਜਾਂ ਪਸ਼ੂਆਂ ਦੀ ਤਰ੍ਹਾਂ ਹੋ ਜਾਵੇਂਗਾ ਤੇ ਇੰਨੀ ਮਾਰ ਪਵੇਗੀ। ਜੋ ਤਸ ਕਰ ਦਰ ਸਾਨਿਹਾ। ਜਿਵੇਂ ਚੋਰ ਸੰਨ ਦੇ ਦਰਵਾਜ਼ੇ ਤੇ ਫੜਿਆ ਹੋਇਆ ਮਾਰ ਖਾਂਦਾ ਹੈ, ਤੇ ਤਸਕਰ ਜੋ ਨਾਮ ਨਾ ਲੀਵੈ ਹੈ ਵਾਸੈ ਕੋਟ ਪੰਚਾਸਾ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਕੋਈ ਸਾਨੂੰ ਚੋਰ ਆਖੇ ਆਪਾਂ ਗੁੱਸਾ ਕਰਾਂਗੇ, ਪਰ ਅਸੀਂ ਸਾਰੇ ਹੀ ਗੁਰੂ ਦੇ ਰੱਬ ਦੇ ਚੋਰ ਹਾਂ। ਗੁਰੂ ਜੀ ਨੇ ਚੋਰ ਦੀ ਡੈਫੀਨੇਸ਼ਨ ਦਿੱਤੀ, ਜਿਹੜੀ ਕਿਸੇ ਦੀ ਚੀਜ਼ ਨੂੰ ਚੁੱਕ ਕੇ ਲੁਕਾ ਲਵੇ ਸੋ ਕਹੀਏ ਚੋਰ। ਤੇ ਸਾਕਤ ਨਾਮ ਹੈ ਸ਼ਕਤੀ ਦਾ ਉਪਾਸ਼ਕ। ਮਤਲਬ ਅਸੀਂ ਮਾਇਆ ਅੱਗੇ ਧੂਪ ਦਿਖਾਉਂਦੇ ਹਾਂ, ਨਾਮ ਜਪਦੇ ਕੋਈ ਨਹੀਂ। ਤੇ ਸਾਕਤ ਜਿਨ੍ਹਾਂ ਨਾਮ ਵਿਸਾਰਿਆ, ਜਿਨ੍ਹਾਂ ਨੇ ਨਾਮ ਨੂੰ ਭੁਲਾਇਆ ਹੋਇਆ, ਉਹ ਸਾਕਤ ਹਨ। ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ, ਮਨ ਤਿਨਕੈ ਨਿਕਟ ਨਾ ਭੇਟੀ ਹੈ। ਇਹ ਮੇਰੇ ਅਮਨ, ਉਹਨਾਂ ਦੇ ਨੇੜੇ ਨਹੀਂ ਬੈਠਣਾ ਚਾਹੀਦਾ। ਤੇ ਇਸ ਲਈ ਸੋ ਜਿਹੜੇ ਵਾਹਿਗੁਰੂ ਨੇ ਨਾਮ ਸਾਡੇ ਹਿਰਦੇ ਵਿੱਚ ਬਖਸ਼ਿਸ਼ ਕੀਤਾ ਹੈ, ਜਨਮ ਤੋਂ ਪਹਿਲਾਂ ਉਹ ਨਾਮ 'ਚ ਲਿਵ ਲਾਈ ਹੋਈ ਸੀਗੀ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਮਰ ਵਰਤਾਇਆ। ਮਾਇਆ ਦਾ ਹੁਕਮ ਇਹੋ ਜਿਹਾ ਵਰਤ ਗਿਆ, ਇਹਦੇ 'ਚ ਲਾ ਕੇ ਤ੍ਰਿਸ਼ਨਾ ਲੱਗ ਗਈ। ਨਾਮ ਭੁਲਾਇਆ ਹੋਇਆ, ਹਿਰਦੇ ਵਿੱਚ ਲੁਕਾਇਆ ਹੋਇਆ, ਜਪ ਕੇ ਪ੍ਰਗਟ ਨਹੀਂ ਕੀਤਾ। ਇਸ ਲਈ ਮਹਾਰਾਜ ਕਹਿੰਦੇ ਜਿਹੜੀ 50 ਕਰੋੜ ਤਾਂਬੇ ਦੀ ਧਰਤੀ ਹੈ, ਜਿਹਦੇ 'ਤੇ ਸੱਪ, ਉੱਥੇ ਮਿੱਟੀ ਵੀ ਖਾਣ ਨੂੰ ਨਹੀਂ ਮਿਲਦੀ, ਦੁਖੀ ਹੁੰਦੇ ਨੇ। ਤੇ ਹਜ਼ਾਰਾਂ ਸੂਰਜਾਂ ਦੀ ਉੱਥੇ ਤਪਸ਼ ਹੈ, ਉੱਥੇ ਸੱਪ ਬਣਾ ਕੇ ਸੁੱਟਿਆ ਜਾਵੇਗਾ। ਤੇ ਜਿਵੇਂ ਚੋਰ ਸੰਨ ਦੇ ਦਰਵਾਜ਼ੇ 'ਚ ਫੜਿਆ ਜਾਏ, ਉਹਦੇ ਮਾਰ ਪੈਂਦੀ ਹੈ। ਇੰਜ ਕਾਮ ਕ੍ਰੋਧ ਰੂਪ ਚੋਰਾਂ ਕਾਰਨ ਹਉਮੈ ਰੂਪੀ ਸੰਨ ਦੇ ਦਰਵਾਜ਼ੇ 'ਚ ਫੜੇ ਜਾਣ ਕਰਕੇ ਤੇਰੇ ਤੇ ਜਮਾਂ ਦੀ ਮਾਰ ਪਵੇਗੀ। ਆਨੇ ਪਾਉ ਨ ਕੋ ਸੂਝੈ। ਇਹ ਜੀਵ ਤੇਰੇ ਉਧਰਨ ਦਾ, ਬਖਸ਼ਾਉਣ ਦਾ ਹੋਰ ਕੋਈ ਯਤਨ ਕੋਈ ਨਹੀਂ ਸੁਝਦਾ, ਕੇਵਲ ਇਹੀ ਬਖਸ਼ਾਉਣ ਤੇ ਉਧਰਨ ਦਾ ਉਪਾਅ ਹੈ ਕਿ ਹਰ ਦਾਸਾ ਸਰਨੀ ਪਰ ਰਹਾ। ਹਰੀ ਪਰਮੇਸ਼ਰ ਦੇ ਸੇਵਕਾਂ ਦੀ ਓਟ ਵਿੱਚ ਹਰ ਇੱਕ ਵਕਤ ਪਿਆ ਰਹਿਣਾ ਕਰ। ਮਤਲਬ ਜੇ ਕੁਛ ਵੀ ਨਹੀਂ ਨਾ ਹੁੰਦਾ ਤੇ ਸੰਤਾਂ ਦੇ ਚਰਨਾਂ ਦੇ ਵਿੱਚ ਤਾਂ ਪੈ ਜਾ। ਸਤਸੰਗ ਕੀ ਧੂਰ ਪਰੀ ਉਡ ਨੇਤਰੀ। ਸੰਗਤ ਦੀ ਚਰਨ ਧੂੜ ਤਾਂ ਗ੍ਰਹਿਣ ਕਰਨਾ, ਸੰਗਤ ਦੀ ਸ਼ਰਨ ਦੇ ਵਿੱਚ ਤਾਂ ਕਿ ਪੈ। ਅਰ ਬੇਨਤੀ ਕਰ ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਗੀਤ ਹੁਰੇ। ਕਹੋ ਨਾਨਕ ਤਬ ਹੀ ਮਨ ਛੁਟਿਆ। ਸਤਿਗੁਰੂ ਮਹਾਰਾਜ ਕਥਨ ਕਰਦੇ, ਹੇ ਮਨ, ਹੇ ਜੀਵ। ਲੋਕ ਗੁੱਸਾ ਕਰਦੇ ਨੇ ਜੇ ਕਿਸੇ ਦਾ ਨਾਂ ਲੈ ਕੇ ਆਖੋ, ਇਸ ਲਈ ਮਹਾਰਾਜ ਨੇ ਆਪਦੇ ਮਨ ਨੂੰ ਹੀ ਸਮਝਾਇਆ। ਆਪਾਂ ਕਿਸੇ ਤੋਂ ਕੀ ਲੈਣਾ? ਗੁਰੂ ਘਰ ਦਾ ਉਪਦੇਸ਼ ਤਾਂ ਸੰਗਤਾਂ ਲਈ ਹੁੰਦਾ ਹੈ, ਜਿਹੜੀਆਂ ਗੁਰੂ ਨੂੰ ਮੰਨਣ ਵਾਲੀਆਂ ਨੇ। ਹੇ ਗੁਰਮੁਖਾ, ਹੇ ਜੀਵ, ਹੇ ਸਾਧ ਸੰਗਤ ਜੀਓ, ਤਦ ਹੀ ਤੇਰਾ ਮਨ ਜੰਮਣ ਮਰਨ ਵੱਲੋਂ ਛੁੱਟ ਪਵੇਗਾ। ਜੋ ਸਗਲੇ ਔਗਣ ਮੇਟ ਤਰਹਾ। ਜਦ ਸਾਰੇ ਔਗਣਾਂ ਨੂੰ ਮੇਟ ਕੇ ਦੂਰ ਕਰਕੇ ਤੂੰ ਧਰ ਦੇਵੇਂਗਾ, ਪਾਸੇ ਰੱਖ ਦੇਵੇਂਗਾ, ਜਦ ਹਿਰਦੇ 'ਚ ਸਾਰੇ ਔਗਣ ਮਿਟਾ ਕੇ ਸ਼ੁਭ ਗੁਣਾਂ ਨੂੰ ਧਾਰਨ ਕਰ ਲਵੇਂਗਾ, ਤਦ ਹੀ ਤੇਰਾ ਮਨ ਮਾਇਆ ਦੇ ਮੋਹ ਤੋਂ, ਜਮਾਂ ਤੋਂ ਛੁਟਕਾਰਾ ਪਾ ਸਕਦਾ, ਵਰਨਾ ਹੋਰ ਕੋਈ ਤਰੀਕਾ ਨਹੀਂ ਹੈ। ਸੋ ਅੰਮ੍ਰਿਤ ਛਕੀਏ, ਸਿੰਘ ਸਜੀਏ, ਨਿਤਨੇਮੀ ਹੋਈਏ, ਸੰਗਤ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆ ਕੇ ਅਰਦਾਸ ਬੇਨਤੀ ਕਰੀਏ। ਇਹਦੇ ਨਾਲ ਹੀ ਸਮਾਪਤੀ ਹੈ ਜੀ। ਭੁੱਲ ਚੁੱਕੇ ਮੈਂ ਕਰੋਗੇ ਤੂੰ ਸਮਤ ਬਖਸ਼ੋ। ਆਨੇ ਉਪਾਉ ਨ ਕੋ ਸੂਝੈ, ਹਰ ਦਾਸਾ ਸਰਣੀ ਪਰ ਰਹਾ। ਕਹੋ ਨਾਨਕ ਤਬ ਹੀ ਮਨ ਛੁਟਿਆ, ਜੋ ਸਗਲੇ ਔਗਣ ਮੇਟ ਤਰਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ
ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਬਰਵਾਰ